ਬਾਈ ਇਲੈਕਸ਼ਨ 'ਚ ਤਾਂ ਤੁਹਾਨੂੰ ਮੌਕਾ ਨਹੀਂ ਮਿਲਿਆ, ਪਰ ਲਗਾਤਾਰ ਉਸ ਤੋਂ ਬਾਅਦ ਤੁਸੀਂ ਇਸੇ ਹਲਕੇ ਦੇ ਵਿੱਚ ਵਿਚਰ ਰਹੇ ਹੋ। ਹੁਣ ਭਰੋਸਾ ਹੈ ਤੁਹਾਨੂੰ ਲੋਕ ਵਿਧਾਨ ਸਭਾ ਦੇ ਵਿੱਚ ਭੇਜਣਗੇ? ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਵਾਰ ਬਾਕੀ ਹਲਕੇ ਦੇ ਲੋਕ, ਇਹ ਜਿਹੜੇ ਵੋਟਰ ਭਰਾ ਭੈਣਾਂ ਪਿੱਛੇ ਖੜੀਆਂ, ਮੇਰੀ ਕਿਸਮਤ ਬਦਲਣਗੇ। ਤੁਸੀਂ ਦਾਅਵਾ ਕਰ ਰਹੇ ਹੋ ਕਿ ਤੁਸੀਂ ਬਹੁਤ ਸਾਰੇ ਪ੍ਰੋਜੈਕਟ ਲਿਆਂਦੇ, ਫਿਰ ਕੀ ਲਿਆਂਦਾ ਔਰ ਕੀ ਤੁਸੀਂ ਰਿਪੋਰਟ ਕਾਰਡ ਲੈ ਕੇ ਜਨਤਾ ਦੇ ਵਿੱਚ ਹੋ? ਤੁਹਾਡੇ ਤੇ ਕਹਿੰਦੇ ਤੁਹਾਡੇ ਦੀ ਬਹੁਤ ਚਲਦੀ ਸੀਗੀ, ਬੜੇ ਪਾਵਰਫੁਲ ਸੀਗੇ, ਕੈਪਟਨ ਅਮਰਿੰਦਰ ਸਿੰਘ ਤੇ ਮੰਨਦੇ ਹੀ ਤੁਹਾਡੀ ਸੀਗੇ, ਸਰਕਾਰ 'ਚ ਸਿੱਕਾ ਹੀ ਤੁਹਾਡਾ ਚੱਲਦਾ ਸੀਗਾ, ਫਿਰ ਵੀ ਤੁਹਾਨੂੰ ਫਾਈਲਾਂ ਪਾਸ ਕਰਾਉਣ 'ਚ ਸਮਾਂ ਲੱਗ ਗਿਆ। ਜਦੋਂ ਸਰਕਾਰ ਨਹੀਂ ਸੀ ਨਾ, ਜਦੋਂ ਪਾਰਟੀ ਚਲਾਉਂਦੇ ਸੀ ਉਦੋਂ ਤਾਂ ਤੁਹਾਡੀਆਂ ਗੱਲਾਂ ਸਹੀ ਆ, ਸਿੱਕਾ ਚੱਲਦਾ ਸੀ। ਜਦੋਂ ਸਰਕਾਰ ਬਣ ਗਈ, ਹੌਲੀ ਹੌਲੀ ਜਿਹੜਾ ਉਹ ਸਿੱਕਾ ਸੀਗਾ ਉਹ ਕਿਸੇ ਅਫਸਰ ਵੱਡੇ ਨੇ ਖੋਲਿਆ, ਕਿਸੇ ਛੋਟੇ ਨੇ ਖੋਲਿਆ, ਖੁੰਦਾ ਉਹ ਇੰਨੇ ਹਿੱਸਿਆਂ 'ਚ ਵੱਟ ਗਿਆ ਕਿ ਮੈਂ ਵੀ ਇੱਕ ਹਿੱਸਾ ਬਣ ਕੇ ਰਹਿ ਗਿਆ। ਫਾਇਰ ਸਟੇਸ਼ਨ ਦਾ ਵੀ ਤੁਸੀਂ ਦਾਅਵਾ ਕਰਦੇ ਹੋ, ਮੇਰੀ ਮਨਪ੍ਰੀਤ ਯਾਲੀ ਉਹਨਾਂ ਨਾਲ ਵੀ ਗੱਲ ਹੋਈ, ਉਹ ਕਹਿੰਦੇ ਫਾਇਰ ਸਟੇਸ਼ਨ ਦੀ ਲੋੜ ਤੇ ਸੀਗੀ ਨਹੀਂ, ਇੱਥੇ ਕੀ ਕਰਨਾ ਸੀ ਲਿਆ ਕੇ। ਫਾਇਰ ਸਟੇਸ਼ਨ ਦਾ ਮਕਸਦ ਕੀ ਹੈ ਕਿ ਜੇ ਕੋਈ ਐਮਰਜੈਂਸੀ ਹੋਵੇ, ਰੱਬ ਨਾ ਕਰੇ ਐਮਰਜੈਂਸੀ ਹੋਵੇ, ਇੱਥੇ ਕੱਲ ਨੂੰ ਦੁਕਾਨਾਂ ਨੂੰ ਅੱਗ ਲੱਗ ਜੇ ਤੇ ਫਿਰ ਫਾਇਰ ਸਟੇਸ਼ਨ ਦੀ ਲੋੜ ਨਹੀਂ। ਸਾਡੀ ਫਾਇਰ ਬ੍ਰਿਗੇਡ ਖੜੀ ਹੋਊਗੀ, 2 ਮਿੰਟਾਂ 'ਚ ਪਹੁੰਚੂਗੀ, ਅੱਗ ਤੇ ਅਸੀਂ ਕਾਬੂ ਪਾ ਸਕਾਂਗੇ, ਜਾਨ ਤੇ ਮਾਲ ਦੋਨਾਂ ਦੀ ਸੁਰੱਖਿਆ ਕਰ ਸਕਾਂਗੇ। ਮੈਨੂੰ ਨਹੀਂ ਸਮਝ ਆਈ ਵੀ ਇਸ ਦੀ ਜ਼ਰੂਰਤ ਕਿਵੇਂ ਨਹੀਂ ਹੈਗੀ। ਜਿਹੜਾ ਫੈਸਲਾ ਹੀ ਲੋਕਾਂ ਨੇ ਕਰਨਾ ਹੈ, ਮੈਂ ਮੁਕਾਬਲਾ ਕਿਹਨੂੰ ਬਣਾ ਕੇ ਚੱਲੂਗਾ? ਮੈਂ ਆਪਦੀ ਵਕਾਲਤ, ਆਪਦੀ ਵਕੀਲੀ ਜਨਤਾ ਦੀ ਕਚਹਿਰੀ 'ਚ ਰੱਖਤੀ ਹੈਗੀ ਆ। ਕਹਿੰਦੇ ਪ੍ਰੋਜੈਕਟ ਤੇ ਲੈਂਦੇ ਨਾਲ ਪਰਚੇ ਬੜੇ ਕਰਾਏ, ਧੱਕੇਸ਼ਾਹੀ ਬੜੀ ਕੀਤੀ ਤੁਸੀਂ 2.5 ਸਾਲਾਂ ਦੇ ਵਿੱਚ। ਇਸੇ ਕਰਕੇ ਮੈਂ ਕਹਿੰਦਾ ਕਿ ਕੱਢ ਕੇ ਲੈ ਕੇ ਤਾਂ ਆਉਣ, ਉਸ ਦਾ ਜਵਾਬ ਉਸ ਦੀ ਸੋਚ ਮੁਤਾਬਿਕ ਜੋ ਉਹਨਾਂ ਨੇ ਕੀਤਾ ਹੈਗਾ ਮੈਂ ਸਾਹਮਣੇ ਰੱਖੂ। ਕੈਪਟਨ ਅਮਰਿੰਦਰ ਸਿੰਘ ਦੇ ਬੇहद ਖਾਸ, ਜਦੋਂ ਕੈਪਟਨ ਅਮਰਿੰਦਰ ਸਿੰਘ ਪਾਰਟੀ ਤੋਂ ਅੱਡ ਹੁੰਦੇ ਨੇ ਪਰ ਕੈਪਟਨ ਸੰਦੀਪ ਸੰਧੂ ਉਹਨਾਂ ਨਾਲ ਨਜ਼ਰ ਨਹੀਂ ਆਉਂਦੇ, ਕਿਉਂ ਸਥਿਤੀ ਇਹੋ ਜਿਹੀ ਬਣੀ? ਤੁਸੀਂ ਕੈਪਟਨ ਅਮਰਿੰਦਰ ਦਾ ਸਾਥ ਛੱਡਿਆ ਔਰ ਅੱਜ ਤੁਸੀਂ ਪਾਰਟੀ ਦੇ ਨਾਲ। ਜਦੋਂ ਉਹਨਾਂ ਕੋਲ ਜੋ ਤਾਕਤ ਦੇ ਵਿੱਚ ਸੀਗੇ, ਮੈਂ ਆਪਦਾ ਉੱਥੇ ਕੰਮ ਕਰ ਰਿਹਾ ਸੀਗਾ, ਉਹਨਾਂ ਨੇ ਪਾਰਟੀ ਛੱਡੀ ਹੈ। ਕਿਸ ਮੂੰਹ ਨਾਲ ਮੈਂ ਇਹੋ ਜਿਹੀ ਪਾਰਟੀ ਜੁਆਇਨ ਕਰਦਾ ਜਿਸ ਪਾਰਟੀ ਨੇ ਭਾਜਪਾ ਨਾਲ ਅਲਾਈਅੰਸ ਕਰ ਲਿਆ ਹੈ, ਜਿਸ ਭਾਜਪਾ ਨੇ ਪੰਜਾਬ ਤੇ ਪੰਜਾਬੀਅਤ ਨੂੰ 1.5 ਸਾਲ ਦਿੱਲੀ ਦੇ ਬਾਰਡਰਾਂ ਤੇ ਰੋਲਿਆ ਹੈ। ਹੁਣ ਜਿਵੇਂ ਮੈਨੂੰ ਕਿਹਾ ਗਿਆ ਵੀ ਮੈਂ ਪ੍ਰਗਟ ਸਿੰਘ ਨੂੰ ਗਾਲਾਂ ਕੱਢੀਆਂ, ਮੈਂ ਕਿਸੇ ਹੋਰ ਬੰਦੇ ਨੂੰ ਧਮਕੀਆਂ ਦਿੱਤੀਆਂ, ਉਹਦੀ ਜੇ ਮੈਂ ਸੱਚਾਈ ਕਿਤੇ ਸਾਹਮਣੇ ਲੈ ਕੇ ਆਵਾਂ ਤਾਂ ਮੇਰੇ ਖਿਆਲ 'ਚ ਬਹੁਤ ਬੰਦੇ ਉਸ ਵਿੱਚ ਸ਼ਰਮਸਾਰ ਹੋਣਗੇ। ਤੁਹਾਡੇ ਹਲਕੇ ਦੇ ਵਿੱਚ ਚਰਨਜੀਤ ਸਿੰਘ ਚੰਨੀ ਦਾ ਨਾਮ ਦਾ ਐਲਾਨ ਹੋਇਆ, ਲੱਗਦਾ ਤੁਹਾਨੂੰ ਕਿ ਸਰਕਾਰ ਬਣਾ ਪਾਣਗੇ, ਰਿਪੀਟ ਕਰਵਾ ਪਾਣਗੇ ਕਾਂਗਰਸ ਨੂੰ? ਪੰਜਾਬ ਦੀ ਸਿਆਸਤ ਦੇ ਵਿੱਚ 2 ਕੈਪਟਨ ਬਹੁਤ ਮਸ਼ਹੂਰ ਨੇ, ਇੱਕ ਤਾਂ ਕੈਪਟਨ ਅਮਰਿੰਦਰ ਸਿੰਘ, ਦੂਜੇ ਕੈਪਟਨ ਸੰਦੀਪ ਸੰਧੂ। ਕੈਪਟਨ ਸੰਦੀਪ ਸੰਧੂ ਚਰਚਾ 'ਚ ਉਦੋਂ ਆਉਂਦੇ ਨੇ ਜਦੋਂ ਬਾਈ ਇਲੈਕਸ਼ਨ ਦੇ ਵਿੱਚ ਦਾਖਾ ਤੋਂ ਕਾਂਗਰਸ ਇਹਨਾਂ ਨੂੰ ਆਪਣਾ ਉਮੀਦਵਾਰ ਬਣਾਉਂਦੀ ਹੈ। ਉਸ ਵੇਲੇ ਤਾਂ ਕੈਪਟਨ ਸੰਦੀਪ ਸੰਧੂ ਵਿਧਾਨ ਸਭਾ 'ਚ ਨਹੀਂ ਪਹੁੰਚ ਪਾਏ, ਪਰ ਉਸ ਤੋਂ ਬਾਅਦ ਲਗਾਤਾਰ 2.5 ਸਾਲਾਂ ਤੋਂ ਇਸੇ ਹਲਕੇ ਦੇ ਵਿੱਚ ਨੇ ਔਰ ਕਾਂਗਰਸ ਨੇ ਇੱਕ ਵਾਰ ਫਿਰ ਸੰਦੀਪ ਸੰਧੂ ਨੂੰ ਦਾਖਾ ਸੀਟ ਤੋਂ ਆਪਣਾ ਉਮੀਦਵਾਰ ਐਲਾਨਿਆ। ਸਾਡੇ ਨਾਲ ਇਸ ਵੇਲੇ ਆ ਗਏ ਨੇਤਾ ਜੀ ਪ੍ਰੋਗਰਾਮ ਦੇ ਵਿੱਚ ਨੇ ਕੈਪਟਨ ਸੰਦੀਪ ਸੰਧੂ। ਸੰਧੂ ਸਾਹਿਬ, ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਟੀਵੀ ਤੇ। ਜਿਵੇਂ ਮੈਂ ਜ਼ਿਕਰ ਕੀਤਾ ਕਿ ਉਸ ਵੇਲੇ ਬਾਈ ਇਲੈਕਸ਼ਨ 'ਚ ਤਾਂ ਤੁਹਾਨੂੰ ਮੌਕਾ ਨਹੀਂ ਮਿਲਿਆ, ਪਰ ਲਗਾਤਾਰ ਉਸ ਤੋਂ ਬਾਅਦ ਤੁਸੀਂ ਇਸੇ ਹਲਕੇ ਦੇ ਵਿੱਚ ਵਿਚਰ ਰਹੇ ਹੋ। ਹੁਣ ਭਰੋਸਾ ਹੈ ਤੁਹਾਨੂੰ ਲੋਕ ਵਿਧਾਨ ਸਭਾ ਦੇ ਵਿੱਚ ਭੇਜਣਗੇ? ਦੇਖੋ, ਮੈਨੂੰ ਮੇਰਾ 2.5 ਸਾਲ ਦਾ ਇਹਨਾਂ ਨਾਲ ਜਿਹੜਾ ਪਿਆਰ ਪੈ ਗਿਆ, ਤੁਸੀਂ ਇੱਥੇ ਆਏ ਹੋਵੋਗੇ, ਦੇਖਿਆ ਹੋਣਾ, ਇਸ ਕਿਸਮ ਦਾ ਭਰਪੂਰ ਜਿਹੜਾ ਸਮਰਥਨ ਮਿਲ ਰਿਹਾ, ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਵਾਰ ਬਾਕੀ ਹਲਕੇ ਦੇ ਲੋਕ, ਇਹ ਜਿਹੜੇ ਵੋਟਰ ਭਰਾ ਭੈਣਾਂ ਪਿੱਛੇ ਖੜੀਆਂ, ਮੇਰੀ ਕਿਸਮਤ ਬਦਲਣਗੇ। 2019 ਦਾ ਜਦੋਂ ਬਾਈ ਇਲੈਕਸ਼ਨ ਸੀਗਾ ਉਦੋਂ ਤੁਹਾਨੂੰ ਕਹਿੰਦੇ ਤੁਸੀਂ ਬਾਹਰੀ ਕੈਂਡੀਡੇਟ ਹੋ, ਬਾਹਰੋਂ ਆਏ ਹੋ। ਹੁਣ ਤੁਸੀਂ ਆਪਣਾ ਜੇ ਕਹਿ ਰਹੇ ਹੋ ਕਿ ਦਾਅਵਾ ਕਰ ਰਹੇ ਹੋ, ਤੁਸੀਂ ਲਾਈਨ ਵੀ, ਸਲੋਗਨ ਵੀ ਇਹ ਰੱਖਿਆ, ਮੇਰਾ ਦਾਖਾ ਮੇਰਾ ਪਰਿਵਾਰ, ਤਾਂ ਕਿਵੇਂ ਫਿਰ ਤੁਸੀਂ ਕੀ ਕੀਤਾ ਹੁਣ ਤੱਕ ਕਿ ਤੁਹਾਨੂੰ ਲੱਗਦਾ ਕਿ ਹੁਣ ਇਹ ਮੇਰਾ ਹਲਕਾ ਮੇਰਾ ਹੋ ਚੁੱਕਿਆ ਔਰ ਲੋਕ ਮੇਰੇ ਤੇ ਭਰੋਸਾ ਕਰਨਗੇ? 2.5 ਸਾਲ ਇਹਨਾਂ ਦਾ ਦੁੱਖ ਸੁੱਖ, ਮੇਰਾ ਦੁੱਖ ਸੁੱਖ ਸਾਂਝਾ ਸੀ, ਇਹਨਾਂ ਦੀ ਜ਼ਰੂਰਤ ਮੇਰੀ ਜ਼ਰੂਰਤ ਸਾਂਝੀ ਰਹੀ ਹੈ। ਮੈਂ 2.5 ਸਾਲ ਇੱਥੇ ਰਿਹਾ, ਮੈਂ ਇਹਨਾਂ ਦੇ ਵਿੱਚ ਰਿਹਾ। ਜਿਹੜੇ ਹੁਣ ਆਏ ਆ ਜਾਂ 5 ਸਾਲਾਂ 'ਚ ਜਿਹੜੇ 2 MLA ਬਣਾਏ ਆ ਇੱਥੋਂ, ਪਹਿਲਾਂ ਆਮ ਆਦਮੀ ਪਾਰਟੀ ਦਾ MLA ਬਣਿਆ, ਉਹ 2.5 ਸਾਲ ਦਿਖਿਆ ਨਹੀਂ, ਜਿਹੜਾ ਹੁਣ ਬਣਿਆ ਉਹ 2.5 ਸਾਲ ਨਹੀਂ ਦਿਖਿਆ। ਸੋ ਲੋਕਾਂ ਦੇ ਅੱਗੇ ਸਾਰੀਆਂ ਚੀਜ਼ਾਂ ਸਾਹਮਣੇ ਆ ਕਿ ਬਾਹਰਲਾ ਕੀ ਹੁੰਦਾ ਹੈ। ਬਾਹਰਲੇ ਦਾ ਮਤਲਬ ਕੀ ਹੋਇਆ? ਜਿਹੜੇ ਅੰਦਰਲੇ ਆ ਉਹ ਸੇਵਾ ਨਾ ਕਰਨ, ਤੇ ਜਿਹੜਾ ਬੰਦਾ ਸੇਵਾ ਕਰਨਾ ਚਾਹੁੰਦਾ ਉਹਨੂੰ ਤੁਸੀਂ ਬਾਹਰਲਾ ਬਣਾ ਦਿਓ। ਮੇਰਾ ਜਨਮ ਇੱਥੋਂ ਦਾ ਨਹੀਂ ਹੋ ਸਕਦਾ, ਇਹ ਮੇਰੇ ਹੱਥ 'ਚ ਨਹੀਂ ਸੀ, ਪਰ ਮੇਰੇ ਕਰਮ ਇੱਥੇ ਹੈ। ਮੈਂ 2.5 ਸਾਲ ਪਹਿਲਾਂ ਵੀ ਕਿਹਾ ਸੀ ਵੀ ਹੁਣ ਜਿਉਣਾ ਮਰਨਾ ਇੱਥੇ ਹੀ ਹੈ। ਮੈਂ ਅੱਜ ਵੀ ਉਹੀ ਗੱਲ ਕਹਿੰਦਾ, ਪਰ ਅੱਜ ਕੋਈ ਇਹ ਗੱਲ ਕਿਸੇ ਦੇ ਮਨ 'ਚ ਹੈ ਹੀ ਨਹੀਂ। ਉਦੋਂ ਵੀ ਰਮਾਂਸ਼ੂ ਜੀ 52,000 ਲੋਕਾਂ ਨੇ ਇਸ ਗੱਲ ਤੇ ਵਿਸ਼ਵਾਸ ਕੀਤਾ ਸੀ। ਇਲੈਕਸ਼ਨ ਜ਼ਰੂਰ ਹਾਰਿਆ,
ਪਰ ਲੋਕਾਂ ਨੇ ਵਿਸ਼ਵਾਸ ਕੀਤਾ ਸੀ। ਹੁਣ ਤਾਂ ਇਹ ਮੁੱਦਾ ਹੀ ਹੈ ਨਹੀਂ। ਦਾਖਾ ਹਲਕਾ ਬੜਾ ਡਿਫਰੈਂਟ ਜਿਹਾ ਇੱਥੇ ਦਾ ਵੋਟਰ ਦਾ ਰਵੱਈਆ ਰਹਿੰਦਾ। 2017 ਦੇ ਵਿੱਚ ਇੱਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਤਾਤੇ, ਫਿਰ 2019 ਦੇ ਵਿੱਚ ਲੋਕ ਸਭਾ ਦੇ ਵਿੱਚ ਵੀ ਮੈਨੂੰ ਯਾਦ ਹੈ ਕਿ ਸ਼ਾਇਦ ਸਿਮਰਜੀਤ ਬੈਂਸ ਨੂੰ ਸਭ ਤੋਂ ਵੱਧ ਇੱਥੋਂ ਦੀ ਵੋਟ ਮਿਲੀ। ਫਿਰ ਜਦੋਂ ਬਾਈ ਇਲੈਕਸ਼ਨ ਹੋਏ, ਅਕਸਰ ਕਹਿੰਦੇ ਬਾਈ ਇਲੈਕਸ਼ਨ ਤੇ ਸਰਕਾਰਾਂ ਜਿੱਤੀਆਂ ਪਰ ਤੁਸੀਂ MLA ਨਹੀਂ ਬਣ ਪਾਏ ਤੇ ਇੱਥੋਂ ਮਨਪ੍ਰੀਤ ਯਾਲੀ ਨੂੰ ਜਿਤਾਤਾ। ਤੇ ਇਸ ਵੋਟਰ ਤੋਂ ਤੁਹਾਨੂੰ ਡਰ ਨਹੀਂ ਲੱਗਦਾ ਕਿ ਇਸ ਵਾਰੀ ਕਿਹੋ ਜਿਹਾ ਫੈਸਲਾ ਸੁਣਾ ਦੇਣਗੇ? ਨਹੀਂ, ਮੈਨੂੰ ਤਾਂ ਇਸ ਵਾਰ ਇਲੈਕਸ਼ਨ ਜਦੋਂ ਆ ਚੱਲ ਰਹੀਆਂ ਸੀ, ਮੈਨੂੰ ਇੱਕ ਸੀਨੀਅਰ ਲੀਡਰ ਨੇ ਕਿਹਾ ਕਿ ਤੁਸੀਂ ਇਲੈਕਸ਼ਨ ਦਾਖੇ ਹਲਕੇ ਦੇ ਬਜਾਏ ਇਸ ਹਲਕੇ ਵਿੱਚ, ਮੈਂ ਹਲਕੇ ਦਾ ਨਾਂ ਨਹੀਂ ਲੈਣਾ ਚਾਹੂੰਗਾ, ਉੱਥੋਂ ਜਾ ਕੇ ਲੜੋ, ਤੁਹਾਡੀ ਮੈਂ ਮਦਦ ਵੀ ਅਸੀਂ ਕਰਾਂਗੇ ਔਰ ਤੁਸੀਂ ਉੱਥੋਂ ਜਿੱਤ ਵੀ ਜਾਓਗੇ। ਮੈਂ ਕਿਹਾ ਜੀ ਮੈਨੂੰ ਦਾਖੇ 'ਚ ਕੋਈ ਸ਼ੱਕ ਹੈ ਨਹੀਂਗਾ, ਮੈਂ ਦਾਖੇ ਤੋਂ ਇਲੈਕਸ਼ਨ ਲੜਨੀ ਹੈ ਔਰ ਮੈਨੂੰ ਪੂਰਾ ਜਿਹਨੂੰ ਕਹਿੰਦੇ ਹੈਗੇ ਆ ਵਿਸ਼ਵਾਸ ਹੈਗਾ ਇਹਨਾਂ ਸਾਰਿਆਂ 'ਤੇ, ਮੇਰੀ ਟੀਮ 'ਤੇ, ਕਿ ਇਸ ਵਾਰ ਜਿਹੜੀ ਤਕਦੀਰ ਹੈਗੀ ਹੈ ਜਿਹੜੀ ਮੇਰੀ ਬਦਲੂਗੀ, ਉਹਦੇ ਵਿੱਚ ਦਾਖੇ ਦੇ ਜਿਹੜੇ ਵੋਟਰ ਹੈ, ਦਾਖੇ ਦੀ ਜਿਹੜੀ ਸੰਗਤ ਹੈ, ਮੇਰਾ ਸਾਥ ਦੇਊਗੀ। ਤੁਸੀਂ ਲਗਭਗ ਮੈਂ ਜਿਸ ਤਰ੍ਹਾਂ ਦੇਖ ਰਿਹਾ ਤੁਹਾਡੀ ਵਰਕਿੰਗ 2.5 ਸਾਲਾਂ ਤੋਂ ਐਕਟਿੰਗ MLA ਐਜ਼ ਏ ਤੁਸੀਂ ਕੰਮ ਕੀਤਾ, ਤੁਸੀਂ ਦਾਅਵਾ ਕਰ ਰਹੇ ਹੋ ਕਿ ਮੈਂ ਕਈ ਪ੍ਰੋਜੈਕਟਸ ਲੈ ਕੇ ਆਇਆ। ਸਰਕਾਰ ਤੁਹਾਡੀ ਸੀਗੀ, ਤੁਸੀਂ ਕੀ ਕੀਤਾ ਫਿਰ ਹੁਣ ਤੱਕ? ਕਿਉਂਕਿ MLA ਤੇ ਨਹੀਂ ਬਣੇ ਪਰ ਤੁਸੀਂ ਕੰਮ ਉਸੇ ਤਰ੍ਹਾਂ ਕੀਤਾ ਲੋਕਾਂ ਦੇ। ਤੁਸੀਂ ਦਾਅਵਾ ਕਰ ਰਹੇ ਹੋ ਕਿ ਤੁਸੀਂ ਬਹੁਤ ਸਾਰੇ ਪ੍ਰੋਜੈਕਟ ਲਿਆਂਦੇ, ਫਿਰ ਕੀ ਲਿਆਂਦਾ ਔਰ ਕੀ ਤੁਸੀਂ ਰਿਪੋਰਟ ਕਾਰਡ ਲੈ ਕੇ ਜਨਤਾ ਦੇ ਵਿੱਚੋਂ ਅੱਜ? ਹਿਮਾਂਸ਼ੂ ਜੀ, ਪਹਿਲੀ ਗੱਲ ਮੈਂ ਥੋੜ੍ਹੀ ਦਰੁਸਤ ਕਰਨੀ ਚਾਹੁੰਦਾ, ਜੇ MLA ਸਹੀ ਹੋਵੇ ਨਾ ਤੇ MLA ਨੂੰ ਆਪਦੇ ਕੰਮਕਾਰ ਬਾਰੇ ਪਤਾ ਹੋਵੇ, ਆਪਦੀ ਤਾਕਤ ਬਾਰੇ, ਆਪਦੀ ਪਾਵਰ ਬਾਰੇ, ਆਪਦੀ ਡਿਊਟੀ ਬਾਰੇ ਪਤਾ ਹੋਵੇ, ਸਰਕਾਰ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਸਰਕਾਰ ਕਿਹੜੀ ਹੈ। ਤੁਹਾਡੇ 'ਚ ਜਜ਼ਬਾ, ਸਮਾਂ ਕੱਢਣ ਦਾ, ਨੇਕ ਨੀਤੀ, ਇਹ ਸਾਰੀਆਂ ਚੀਜ਼ਾਂ ਹੋਣੀਆਂ ਜ਼ਰੂਰੀ ਹੈ। ਮੈਂ ਇਲੈਕਸ਼ਨ ਹਾਰਿਆ ਪਰ ਦਿਲ ਨਹੀਂ ਹਾਰਿਆ। ਮੈਂ 2.5 ਸਾਲ ਇੱਥੇ ਰਿਹਾ, ਕਰੋਨਾ ਦੀ ਮਹਾਮਾਰੀ ਵਿੱਚ ਅਸੀਂ ਸਾਰਿਆਂ ਨੇ ਇਕੱਠਿਆਂ ਨੇ ਲੜ ਕੇ ਲੜਾਈ ਲੜੀ ਇੱਥੇ। ਔਰ ਇੱਥੇ ਪ੍ਰੋਜੈਕਟ ਦੀ ਗੱਲ ਕਰੋ, ਮੈਂ ਤੁਹਾਨੂੰ ਮੋਟੇ-ਮੋਟੇ ਆંકੜੇ ਦਿੰਦਾ ਜੀ। ਪੌਣੇ 200 ਕਰੋੜ ਦੇ ਆਸ-ਪਾਸ ਜਿਹੜਾ ਪੈਸਾ ਹੈਗਾ ਉਹ ਪਿੰਡਾਂ ਦੇ ਜਿਹੜੇ ਸਾਡੇ 112 ਪਿੰਡ ਆ ਉੱਥੇ ਪਹੁੰਚਿਆ। ਤਕਰੀਬਨ 100 ਕਰੋੜ ਦੀਆਂ ਸੜਕਾਂ ਜਿਹੜੀਆਂ ਦਾਖੇ ਹਲਕੇ ਦੀਆਂ, ਕੋਈ 12 ਫੁੱਟ ਤੋਂ 18 ਫੁੱਟ ਹੋਈ, ਕੋਈ 10 ਫੁੱਟ ਤੋਂ 18 ਫੁੱਟ ਹੋਈ, ਕੋਈ ਨਵੀਂ ਬਣੀ। ਇਸ ਕਿਸਮ ਦਾ ਪ੍ਰੋਜੈਕਟ ਜਿਹੜੇ ਹੈਗੇ ਆ ਉਹ ਜਿਹੜੀਆਂ ਸੜਕਾਂ ਬਣੀਆਂ ਉਹਦੇ ਆਈਆਂ। ਸ਼ਹਿਰ ਦੇ ਵਿੱਚ ਸਾਡੇ ਪ੍ਰਧਾਨ ਜੀ ਇੱਥੇ ਹੋਣਗੇ, ਅਸੀਂ ਉਹਨੂੰ ਬਾਊ ਜੀ ਇੱਧਰ ਆਓ, ਸਾਡੇ ਪ੍ਰਧਾਨ ਜੀ ਹੈ, ਸਾਡੇ ਬਾਊ ਜੀ ਹੈ ਤੇਲੂ ਰਾਮ ਜੀ, ਇਹਨਾਂ ਦੀ ਟੀਮ ਸਦਕਾ, ਸਾਡੇ ਸੁਭਾਸ਼ ਜੀ ਸਾਡੇ ਕਾਉਂਸਲਰ ਸਾਹਿਬਾਨ, ਇਹਨਾਂ ਦੀ ਹਿੰਮਤ ਸਦਕਾ, ਇਹਨਾਂ ਦੀ ਮਿਹਨਤ ਸਦਕਾ ਅਸੀਂ ਤਕਰੀਬਨ 60 ਕਰੋੜ ਦੇ ਆਸ-ਪਾਸ ਜਿਹੜਾ ਪੈਸਾ ਹੈਗਾ ਸ਼ਹਿਰ ਵਿੱਚ ਲੈ ਕੇ ਆਏ। ਬੱਸ ਸਟੈਂਡ ਬਣਿਆ, ITI ਬਣੀ, ਫਾਇਰ ਸਟੇਸ਼ਨ, ਸੀਨੀਅਰ ਸਿਟੀਜ਼ਨ ਹੋਮ। ਜੇ ਮੈਂ ਇੱਥੇ 20-25 ਸਾਲ 30 ਸਾਲ ਹਿਮਾਂਸ਼ੂ ਜੀ ਕਿਸੇ ਨੇ ਕੁਛ ਕੀਤਾ ਹੀ ਨਹੀਂ। ਇਹ ਤਾਂ ਐਡੇ ਤੁਸੀਂ ਅੱਜ ਆਏ, ਮੈਂ ਕੋਈ ਸਪੀਚ ਦਿੱਤੀ ਨਹੀਂ ਹੈ। ਮੈਂ ਕਿਹਾ ਸੀ ਤੁਸੀਂ ਗਰੀਬ ਭਾਵੇਂ ਹੋ ਸਕਦੇ ਹੋ ਪਰ ਦਿਲ ਦੇ ਬੜੇ ਅਮੀਰ ਹੋ। ਇਹ ਬੜੇ ਦਿਲ ਦੇ ਅਮੀਰ ਬੰਦੇ ਆ। ਕਿਸੇ ਨੇ ਇਹਨਾਂ ਤੋਂ ਪਿਆਰ ਲੈਣ ਦਾ ਢੋਂਗ ਤਾਂ ਰਚ ਲਿਆ ਪਰ ਨਾ ਪਿਆਰ ਲਿੱਤਾ ਤੇ ਨਾ ਪਿਆਰ ਦਿੱਤਾ। ਮੇਰਾ ਇਹਨਾਂ ਨਾਲ ਇੱਕ ਬੜਾ ਗੂੜਾ ਪਿਆਰ ਪੈ ਗਿਆ ਹੈ ਔਰ ਇਸੇ ਕਰਕੇ ਇਹਨਾਂ ਲਈ ਮੈਂ ਸੋਚਦਾ ਜੋ ਵੀ ਕਰ ਰਿਹਾ ਉਹ ਹਜੇ ਉਸ ਕੰਮਾਂ ਦੀ ਸ਼ੁਰੂਆਤ ਹੈ। 2.5 ਸਾਲ ਦਾ ਮੌਕਾ ਦੇ ਦਿਓ। ਮੁੱਲਾਂਪੁਰ ਸ਼ਹਿਰ ਦੇ ਵਿੱਚ ਆ ਜਿਹੜੇ ਫਲਾਈਓਵਰ ਹੈ ਜਿਸ ਕਰਕੇ ਸਾਡਾ 4 ਹਿੱਸਿਆਂ 'ਚ ਸ਼ਹਿਰ ਬਦਲ ਗਿਆ, ਇਹਨੂੰ ਬਣਵਾ ਕੇ ਪਿਲਰਾਂ 'ਤੇ ਖੜਾ ਕਰਨਾ, ਮੁੱਲਾਂਪੁਰ ਸ਼ਹਿਰ 'ਚ ਹਸਪੀਟਲ ਲੈ ਕੇ ਆਉਣਾ, ਇੱਕ ਨਰਸਿੰਗ ਕਾਲਜ ਲੈ ਕੇ ਆਉਣਾ। ਸਾਡੇ ਕੋਲੇ ਗਵਰਨਮੈਂਟ ਕਾਲਜ ਹੈ ਨਹੀਂ। ਹੋਰ ਛੱਡੋ ਰਿਮਾਂਸ਼ੂ ਜੀ, 30 ਸਾਲਾਂ 'ਚ ਇੱਥੇ ਕਿਸੇ ਨੇ ਪਾਣੀ ਦੀ ਟੈਂਕੀ ਨਹੀਂ ਲਵਾਈ। 2 ਟੈਂਕੀਆਂ ਹੁਣ ਕਿੰਨੇ ਕਰੋੜ ਦੀਆਂ ਪ੍ਰਧਾਨ ਜੀ? 6 ਕਰੋੜ ਦੀਆਂ ਮਨਜ਼ੂਰ ਹੋਈਆਂ ਜਿਹੜੀਆਂ ਲਵਾਉਣ ਜਾ ਰਹੇ ਹੈਗੇ। ਸੋ ਸਾਡੇ ਕੋਲੇ ਹਜੇ ਇਹਨਾਂ ਕੋਲੇ 2 ਸਾਲ ਦਾ ਹਜੇ 2.5 ਸਮਾਂ ਹੋਰ ਪਿਆ। ਇੱਥੇ ਇਸ ਹਾਲਾਤ ਬਣਾ ਦਾਂਗੇ ਕਿ ਮੁੱਲਾਂਪੁਰ ਸ਼ਹਿਰ ਦੇ ਵਿੱਚ ਜਿਹੜੀ ਵਿਕਾਸ ਵਾਲੀ ਗੱਲ ਹੈ ਕੋਈ ਕਮੀ ਨਹੀਂ ਰਹਿ ਜੂ। ਤੁਸੀਂ ਜਿਹੜੀ ਲਿਸਟ ਗਿਣਾ ਰਹੇ ਹੋ, ਤੁਸੀਂ ਕਹਿ ਰਹੇ ਹੋ MLA ਕੋਲ ਬੜੀ ਪਾਵਰ ਹੁੰਦੀ ਹੈ। ਹੁਣ ਆਪਾਂ ਵੀ ਜਾਣਦੇ ਹਾਂ ਕਿ ਜਦੋਂ ਕੈਪਟਨ ਸਰਕਾਰ ਦੇ ਵਿੱਚ ਤੁਸੀਂ ਬੜੇ ਪਾਵਰਫੁਲ ਸੀਗੇ, ਕੰਮ ਤਾਂ ਤੁਸੀਂ ਸਾਰੇ ਆਪ ਕਰਾ ਲਏ, ਪੈਸਾ ਵੀ ਤੁਸੀਂ ਆਪ ਲਿਆਂਦਾ, ਫਿਰ MLA ਫਿਰ ਕੀ ਕਰਦੇ? MLA ਕੋਲ ਤਾਂ ਫਿਰ ਕੋਈ ਪਾਵਰ ਛੱਡੀ ਨਹੀਂ ਤੁਸੀਂ। ਹਾਂ, ਸਹੀ ਗੱਲ ਆਖੀ ਤੁਸੀਂ, ਪਰ ਮੇਰੀ ਗੱਲ ਸੁਣੋ। ਜਦੋਂ ਮੈਂ ਪੁਰਾਣੇ CM ਸਾਹਿਬ ਦੇ ਨਾਲ ਸੀ, ਸਿਆਸੀ ਸਕੱਤਰ ਸੀ, ਮੇਰਾ ਤਾਂ ਪਹਿਲੇ 2.5 ਸਾਲ ਨਿਕਲੇ ਹੀ ਚੰਡੀਗੜ੍ਹ ਹੈ। ਮੈਂ ਤਾਂ ਇੱਥੇ ਆਈ ਪਾਰਲੀਮੈਂਟ ਤੋਂ ਬਾਅਦ ਹੈਗਾ, ਠੀਕ ਹੈ। ਔਰ ਉਸ ਤੋਂ ਬਾਅਦ ਤੁਹਾਨੂੰ ਵੀ ਪਤਾ ਵੀ ਕਿਸ ਕਿਸਮ ਦੇ ਹਾਲਾਤ ਜਿਹੜੇ ਸੀਗੇ ਉਹ ਬੜੇ। ਸਭ ਤੋਂ ਪਹਿਲਾਂ ਤਾਂ 1 ਸਾਲ ਤੱਕ ਕਰੋਨਾ ਹੀ ਲੈ ਗਿਆ ਅਤੇ ਜਦੋਂ 1.5 ਸਾਲ ਵਿਕਾਸ ਦਾ ਸਮਾਂ ਆਇਆ ਉਦੋਂ ਉੱਥੇ ਮੇਰੇ ਆਪਦੇ ਅੰਦਰੂਨੀ ਹਾਲਾਤ ਬਦਲਣ ਲੱਗ ਪਏ। 4 ਮਹੀਨਿਆਂ 'ਚ ਬੱਸ ਸਟੈਂਡ ਬਣਿਆ 8 ਕਰੋੜ 'ਚ, ਪਰ ਉਸ ਦੀ ਫਾਈਲ ਅਪਰੂਵ ਕਰਾਉਣ ਲਈ ਰਿਮਾਂਸ਼ੂ ਜੀ ਮੈਨੂੰ 1 ਸਾਲ ਤੇ 2 ਮਹੀਨੇ ਲੱਗੇ।
ਉਹ ਕਿਉਂ ਤੁਹਾਡੇ ਤੇ ਕਹਿੰਦੇ ਤੁਹਾਡੇ ਤੇ ਬਹੁਤ ਚਲਦੀ ਸੀਗੀ, ਬੜੇ ਪਾਵਰਫੁਲ ਸੀਗੇ ਕੈਪਟਨ ਅਮਰਿੰਦਰ ਸਿੰਘ ਤੇ ਮੰਨਦੇ ਹੀ ਤੁਹਾਡੀ ਸੀਗੇ, ਸਰਕਾਰ 'ਚ ਸਿੱਕਾ ਹੀ ਤੁਹਾਡਾ ਚੱਲਦਾ ਸੀਗਾ, ਫਿਰ ਵੀ ਤੁਹਾਨੂੰ ਫਾਈਲਾਂ ਪਾਸ ਕਰਾਉਣ 'ਚ ਸਮਾਂ ਲੱਗ ਗਿਆ। ਜਦੋਂ ਸਰਕਾਰ ਨਹੀਂ ਸੀ ਨਾ, ਜਦੋਂ ਪਾਰਟੀ ਚਲਾਉਂਦੇ ਸੀ ਉਦੋਂ ਤਾਂ ਤੁਹਾਡੀਆਂ ਗੱਲਾਂ ਸਹੀ ਆ, ਸਿੱਕਾ ਚੱਲਦਾ ਸੀ। ਜਦੋਂ ਸਰਕਾਰ ਬਣ ਗਈ ਹੌਲੀ 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 ਜਿਹੜਾ ਉਹ ਸਿੱਕਾ ਸੀਗਾ ਉਹ ਕਿਸੇ ਅਫਸਰ ਵੱਡੇ ਨੇ ਖੋਲਿਆ, ਕਿਸੇ ਛੋਟੇ ਨੇ ਖੋਲਿਆ, ਖੋਂਦਾ ਖੋਂਦਾ ਉਹ ਇੰਨੇ ਕੁ ਹਿੱਸਿਆਂ 'ਚ ਵੱਟ ਗਿਆ ਕਿ ਮੈਂ ਵੀ ਇੱਕ ਹਿੱਸਾ ਬਣ ਕੇ ਰਹਿ ਗਿਆ। ਪਰ ਮੈਂ ਆਪਦੀ ਜਿਹੜੀ ਮਿਹਨਤ ਵਾਲੀ ਜਾਂ ਹਿੰਮਤ ਵਾਲੀ ਜਿਹੜੀ ਮੇਰੀ ਸੋਚ ਹੈ ਉਹ ਨਹੀਂ ਛੱਡੀ, ਜਿਸ ਕਰਕੇ ਇੰਨੇ ਪ੍ਰੋਜੈਕਟਸ ਇੱਥੇ ਆਏ ਆ। ਪ੍ਰੋਜੈਕਟਸ ਜਦੋਂ ਲੈ ਕੇ ਆਉਣੇ ਹੁੰਦੇ ਆ, ਐਮਐਲਏ ਬਹੁਤ ਕੁਛ ਆਪਦੀ ਹਿੰਮਤ ਨਾਲ ਮਿਹਨਤ ਨਾਲ ਪਹੁੰਚ ਕੇ ਡਿਪਾਰਟਮੈਂਟਾਂ ਵਿੱਚੋਂ ਵੀ ਕਰ ਸਕਦਾ। ਇੱਥੇ ਇੱਕ ਬੱਸ ਸਟੈਂਡ ਬਣਿਆ, ਪਿੱਛੇ ਜੇ ਇੱਕ ਡਿਬੇਟ ਹੋਈ, ਉਹ ਬੱਸ ਸਟੈਂਡ ਨੂੰ ਕਹਿੰਦੇ ਕਿਉਂ ਬਣਿਆ ਇੱਥੇ, ਜ਼ਰੂਰ ਕਹਿੰਦੇ ਬੱਸ ਸਟੈਂਡ, ਮੇਰੀ ਵੀ ਗੱਲ ਹੋਈ, ਕਹਿੰਦੇ ਬੱਸ ਸਟੈਂਡ ਬਣਿਆ ਪੂਰਾ ਹੀ ਨਹੀਂ ਹੋਇਆ, ਬਣਾਉਣ ਦਾ ਫਾਇਦਾ ਕੀ, ਪੂਰਾ ਕਰਕੇ ਦਿਖਾਉਂਦੇ। ਆਓ ਹਿਮਾਂਸ਼ੂ ਜੀ ਚੱਲਦੇ ਆ, ਜਾ ਕੇ ਦੇਖਦੇ ਆ ਕਿ ਬੱਸ ਸਟੈਂਡ ਪੂਰਾ ਹੋਇਆ ਕਿ ਨਹੀਂ ਹੋਇਆ। ਲੋਕਾਂ ਵਾਸਤੇ ਸਹੂਲਤ ਬਣ ਗਈ, ਸ਼ੁਰੂ ਹੋ ਗਈ। ਹਾਂ, ਅਸੀਂ ਬਣਾ ਕੇ ਇਨੋਗਰੇਟ ਕਰਕੇ ਜਦੋਂ ਕੀਤਾ, ਉਸ ਤੋਂ 2-3 ਦਿਨਾਂ ਬਾਅਦ ਕੋਡ ਲੱਗ ਗਿਆ, ਜਿਸ ਕਰਕੇ ਤੁਹਾਨੂੰ ਪਤਾ ਜਦੋਂ ਕੋਡ ਲੱਗ ਜਾਂਦਾ, ਜਿੰਨੇ ਵੀ ਆਫੀਸਰਸ ਹੁੰਦੇ ਆ ਉਹਨਾਂ ਦੀ ਜ਼ਿਆਦਾ ਤੌਰ ਤੇ ਡਿਊਟੀ ਲੱਗ ਜਾਂਦੀ ਹੈ, ਚੋਣ ਡਿਊਟੀ, ਸਾਰੇ ਉਸ ਦੇ ਵਿੱਚ ਚਲੇ ਗਏ ਆ। ਅੱਜ ਜਦੋਂ ਚੋਣ ਜਾਬਤਾ ਖਤਮ ਹੋਣਾ ਹੈ, ਤੁਹਾਡੇ ਸਾਹਮਣੇ ਦੇਖੋ। ਫਾਇਰ ਸਟੇਸ਼ਨ ਦਾ ਵੀ ਤੁਸੀਂ ਦਾਵਾ ਕਰਦੇ ਹੋ, ਮੇਰੀ ਮਨਪ੍ਰੀਤ ਯਾਲੀ ਉਹਨਾਂ ਨਾਲ ਵੀ ਗੱਲ ਹੋਈ, ਉਹ ਕਹਿੰਦੇ ਫਾਇਰ ਸਟੇਸ਼ਨ ਦੀ ਲੋੜ ਤੇ ਸੀਗੀ ਨਹੀਂ, ਇੱਥੇ ਕੀ ਕਰਨਾ ਸੀ ਲਿਆ ਕੇ, ਕਿਉਂ ਲਿਆ। ਮੈਨੂੰ ਇਹ ਬੜੀ ਵਧੀਆ ਗੱਲ ਹੈ ਕਿ ਹਰ ਸਾਲ ਗਰਮੀਆਂ ਦੇ ਵਿੱਚ ਜਦੋਂ ਕਣਕਾਂ ਨੂੰ ਅੱਗਾਂ ਲੱਗਦੀਆਂ ਸੀ, ਸੈਂਕੜੇ ਏਕੜ ਜਿਹੜੇ ਸੀ ਤਬਾਹ ਹੋ ਜਾਂਦੇ ਸੀ, ਕਿਉਂਕਿ ਕਿਤੇ ਤਾਂ ਫਾਇਰ ਬ੍ਰਿਗੇਡ ਲੁਧਿਆਣਿਓਂ ਮੰਗਾਉਂਦੇ ਸੀ, ਕਿਤੇ ਮੋਗਿਓਂ ਮੰਗਾਉਂਦੇ ਸੀ। ਸਭ ਕੋਈ ਮੈਂ ਛੱਡੋ, ਇਸ ਗੱਲ ਨੂੰ ਛੱਡੋ ਬਈ, ਫਿਰ ਆਪਾਂ ਨੂੰ ਦਾਲ ਰੋਟੀ ਦੀ ਖਾਣ ਦੀ ਲੋੜ ਹੁੰਦੀ ਹੈ ਤੇ ਆਪਾਂ ਦਿਨ 'ਚ 4 ਟਾਈਪ ਦੀਆਂ ਸਬਜ਼ੀਆਂ ਤੇ ਲਾਜਵਾਬ ਖਾਣ ਦੀ ਕਿਉਂ ਰੱਖਦੇ ਹਾਂ। ਸਿਵਿਕ ਇਮਿਊਨਿਟੀਜ਼ ਜਿਹੜੀਆਂ ਹੈਗੀਆਂ ਉਹ ਹਰ ਸ਼ਹਿਰ ਦੀ ਇੱਕ ਬੇਸਿਕ ਨੀਡ ਹੈ। ਫਾਇਰ ਸਟੇਸ਼ਨ ਦਾ ਮਕਸਦ ਕੀ ਹੈ ਕਿ ਜੇ ਕੋਈ ਐਮਰਜੈਂਸੀ ਹੋਵੇ, ਰੱਬ ਨਾ ਕਰੇ ਐਮਰਜੈਂਸੀ ਹੋਵੇ, ਅਸੀਂ ਪ੍ਰੇ ਕਰਦੇ ਹਾਂ ਇੱਥੇ ਕੱਲ੍ਹ ਨੂੰ ਦੁਕਾਨਾਂ ਨੂੰ ਅੱਗ ਲੱਗ ਜੇ ਤੇ ਫਿਰ ਫਾਇਰ ਸਟੇਸ਼ਨ ਦੀ ਲੋੜ ਨਹੀਂ। ਸਾਡੀ ਫਾਇਰ ਬ੍ਰਿਗੇਡ ਖੜੀ ਹੋਊਗੀ, 2 ਮਿੰਟਾਂ 'ਚ ਪਹੁੰਚੂਗੀ, ਅੱਗ ਤੇ ਅਸੀਂ ਕਾਬੂ ਪਾ ਸਕਾਂਗੇ, ਜਾਨ ਤੇ ਮਾਲ ਦੋਨਾਂ ਦੀ ਸੁਰੱਖਿਆ ਕਰ ਸਕਾਂਗੇ। ਮੈਨੂੰ ਨਹੀਂ ਸਮਝ ਆਈ ਵੀ ਇਸ ਦੀ ਜ਼ਰੂਰਤ ਕਿਵੇਂ ਨਹੀਂ ਹੈਗੀ। ਕਹਿੰਦੇ ਤੁਸੀਂ ਕਹਿ ਰਹੇ ਹੋ ਪੈਸਾ ਤੇ ਲਿਆਂਦਾ, ਕਹਿੰਦੇ ਪ੍ਰੋਜੈਕਟ ਤੇ ਲਿਆਂਦੇ, ਨਾਲ ਪਰਚੇ ਬੜੇ ਕਰਾਏ, ਧੱਕੇਸ਼ਾਹੀ ਬੜੀ ਕੀਤੀ ਤੁਸੀਂ 2.5 ਸਾਲਾਂ ਦੇ ਵਿੱਚ। ਮੈਂ ਨਾ ਬਹੁਤ ਵਾਰੀ ਰਮਾਂਸ਼ੂ ਜੀ ਗੱਲ ਆਖੀ ਆ, ਉਹ ਹਮੇਸ਼ਾ ਇਹ ਗੱਲ ਕਹਿੰਦੇ ਆ। ਮੈਂ ਤਾਂ ਕਹਿੰਦਾ ਯਾਰ ਤੁਸੀਂ ਆ ਇੱਕ ਦੂਜੇ ਤੇ ਆਪਾਂ ਤੋਹਮਤਾਂ ਲਾਉਂਦੇ ਆ, ਮੈਂ ਤਾਂ ਕੋਈ ਲਾਉਂਦਾ ਨਹੀਂ। ਇਹ ਪਰਚੀਆਂ ਵਾਲੀ ਰਾਜਨੀਤੀ ਨੂੰ ਲੈ ਕੇ ਉਹ ਆਪਦਾ ਰਿਪੋਰਟ ਕਾਰਡ ਲਿਆਉਣ ਤੇ ਮੈਂ ਆਪਦਾ ਰੱਖ ਲੈਣਾ। ਕਹਿਣ ਦਾ ਭਾਵ ਵੀ ਮੈਂ ਉਹਨਾਂ ਬਾਰੇ ਜੋ ਮੇਰੇ ਕੋਲੇ ਹੈਗੀ ਹੈ ਖਬਰਸਾਰ ਉਹ ਮੈਂ ਰੱਖ ਦੂੰਗਾ, ਜਿਹੜੇ ਕਹਿੰਦੇ ਆ ਮੈਂ ਕੁਝ ਕਰਾਇਆ ਉਹ ਅੱਗੇ ਰੱਖ ਦੇਣ। ਤੁਹਾਨੂੰ ਆਪ ਹੀ ਪਤਾ ਲੱਗ ਨਾ ਹੋਵੇ ਘੱਟ ਵੱਧ ਨਿਕਲ ਆਣ, ਤੇ ਜਿਹਦੇ ਘੱਟ ਵੀ ਹੋਣਗੇ ਉਹ ਵੀ ਗਲਤ ਹੈ, ਤੇ ਜਿਹਦੇ ਵੱਧ ਵੀ ਹੋਣਗੇ ਗਲਤ, ਤਾਂ ਫਿਰ ਉਹੀ ਜੀ ਪਰਚਾ ਕੋਈ ਵੀ ਕਰਾਉਣਾ ਗਲਤ ਹੈ। ਇਸੇ ਕਰਕੇ ਮੈਂ ਕਹਿੰਦਾ ਕਿ ਕੱਢ ਕੇ ਲੈ ਕੇ ਤਾਂ ਆਉਣ, ਉਸ ਦਾ ਜਵਾਬ ਉਸ ਦੀ ਸੋਚ ਮੁਤਾਬਿਕ ਜੋ ਉਹਨਾਂ ਨੇ ਕੀਤਾ ਹੈਗਾ ਮੈਂ ਸਾਹਮਣੇ ਰੱਖੂੰਗਾ। 2017 ਦੇ ਵਿੱਚ ਇੱਥੋਂ ਆਮ ਆਦਮੀ ਪਾਰਟੀ ਜਿੱਤੀ ਸੀਗੀ, ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੀ ਕਹਿੰਦੇ ਵੇਵ ਹੈ, ਮਜ਼ਬੂਤ ਹੈ, ਮੁਕਾਬਲੇ 'ਚ ਤੇ ਹੈ। ਇਹ ਨਾ ਹੋਵੇ ਕਿ ਤੁਹਾਡੇ ਦੋਵਾਂ ਦੀ ਜੰਗ ਦੇ ਵਿੱਚ ਕਿਸੇ ਤੀਜੇ ਨੂੰ ਜਿੱਤ ਹਾਸਲ ਹੋ ਜੇ। ਤੁਹਾਡਾ ਮੁਕਾਬਲਾ ਕਿਹਦੇ ਨਾਲ, ਕੈਪਟਨ ਸੰਦੀਪ ਸੰਧੂ ਮੁਕਾਬਲਾ ਕਿਹਦੇ ਨਾਲ ਸਮਝ ਰਹੇ ਨੇ? ਹਿਮਾਂਸ਼ੂ ਜੀ, ਮੈਂ ਜਿਹੜਾ ਫੈਸਲਾ ਹੀ ਲੋਕਾਂ ਨੇ ਕਰਨਾ ਹੈ, ਮੈਂ ਮੁਕਾਬਲਾ ਕਿਹਨੂੰ ਬਣਾ ਕੇ ਚੱਲੂੰਗਾ। ਮੈਂ ਆਪਦੀ ਵਕਾਲਤ, ਆਪਦੀ ਵਕੀਲੀ ਜਨਤਾ ਦੀ ਕਚਹਿਰੀ 'ਚ ਰੱਖਤੀ ਹੈਗੀ ਹੈ। ਜਨਤਾ ਨੇ ਫੈਸਲਾ ਕਰਨਾ ਹੈਗਾ। ਤੁਸੀਂ ਗੱਲ ਕੀਤੀ ਆਮ ਆਦਮੀ ਪਾਰਟੀ ਦੀ, ਫੂਲਕਾ ਸਾਹਿਬ ਤੇ ਆਮ ਆਦਮੀ ਪਾਰਟੀ 5 ਸਾਲ ਦਾਖੇ ਹਲਕੇ 'ਚ ਰਹੀ ਹੈ। 2.5 ਸਾਲ ਤਾਂ ਉਹ ਬਤੌਰ ਐਮਐਲਏ ਰਹੇ, ਤੇ 2.5 ਸਾਲ ਐਮਐਲਏ ਤਾਂ ਨਹੀਂ ਸੀ ਪਰ ਪਾਰਟੀ ਤਾਂ ਸੀ। ਆ ਜਨਤਾ ਖੜੀ ਆ ਤੁਹਾਡੇ ਸਾਹਮਣੇ, ਕੋਈ ਸਰਗਰਮੀ, ਕੋਈ ਲੋਕਾਂ ਲਈ ਕੁਝ ਕੀਤਾ, ਕੋਈ ਦੁੱਖ ਸੁੱਖ ਕਿਸੇ ਵੀ ਥਾਂ ਤੇ ਉਹਨਾਂ ਨੇ ਆਪਦਾ ਰੋਲ ਨਿਭਾਇਆ ਹੋਵੇ, ਬਿਲਕੁਲ ਉਹ ਹੱਕਦਾਰ ਹੋਣਗੇ। ਇਹ ਫੈਸਲਾ ਦੇਖੋ ਲੋਕ ਜੋ ਮਰਜ਼ੀ ਕਹਿਣ, ਅਖੀਰ 'ਚ ਜਦੋਂ ਸਮਾਂ ਆਉਂਦਾ ਨਾ, ਹੁਣ ਚਰਨਜੀਤ ਸਿੰਘ ਚੰਨੀ ਹੈ ਮੁੱਖ ਮੰਤਰੀ, ਉਹਨੇ ਕੋਈ ਗਰੰਟੀਆਂ ਨਹੀਂ ਦੇ ਰਿਹਾ। 111 ਦਿਨਾਂ ਜਿਹੜੇ ਫੈਸਲੇ ਬਣਾਏ ਉਹ ਲਾਗੂ ਕੀਤੇ, ਉਸ ਬੇਸ ਤੇ ਉਹ ਅੱਜ ਵੋਟਾਂ ਮੰਗ ਰਿਹਾ ਹੈਗਾ। ਇਹ ਗਰੰਟੀਆਂ ਦੇ ਰਿਹਾ ਆਮ ਆਦਮੀ ਪਾਰਟੀ ਵਾਲੇ, ਕੇਜਰੀਵਾਲ ਸਾਹਿਬ, ਦਿੱਲੀ ਵਾਲੀਆਂ, ਤੇ ਦਿੱਲੀ ਦਾ ਰਿਪੋਰਟ ਕਾਰਡ ਦੈਨਿਕ ਸਵੇਰਾ ਤੋਂ ਵੱਧ ਕਿਹਨੂੰ ਪਤਾ ਹੈ। ਮੈਂ ਹੁਣ 5 ਮਿੰਟ ਤੁਹਾਡੀ ਇੰਡੀਵਿਜੂਅਲ ਸਿਆਸਤ ਤੇ ਲੈਣਾ ਚਾਹਾਂਗਾ, ਕਿਉਂਕਿ ਪੂਰਾ ਪੰਜਾਬ ਜਾਣਨਾ ਚਾਹੁੰਦਾ ਹੈ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਖਾਸ। ਜਦੋਂ ਕੈਪਟਨ ਅਮਰਿੰਦਰ ਸਿੰਘ ਪਾਰਟੀ ਤੋਂ ਅੱਡ ਹੁੰਦੇ ਨੇ, ਪਰ ਕੈਪਟਨ ਸੰਦੀਪ ਸੰਧੂ ਉਹਨਾਂ ਨਾਲ ਨਜ਼ਰ ਨਹੀਂ ਆਉਂਦੇ, ਕਿਉਂ ਸਥਿਤੀ ਇਹੋ ਜਿਹੀ ਬਣੀ? ਤੁਸੀਂ ਕੈਪਟਨ ਅਮਰਿੰਦਰ ਦਾ ਸਾਥ ਛੱਡਿਆ ਔਰ ਅੱਜ ਤੁਸੀਂ ਪਾਰਟੀ ਦੇ ਨਾਲ ਹੋ, ਜੋ ਵੀ ਸਥਿਤੀ ਹੈ ਤੁਹਾਡੀ, ਮੈਂ ਉਹ ਵਿਸਤਾਰ ਦੇ ਨਾਲ ਜਾਣਨਾ ਚਾਹੁੰਦਾ। ਹਿਮਾਂਸ਼ੂ ਜੀ, ਮੈਂ ਪਾਰਟੀ ਲਈ ਕੰਮ ਕਰਦਾ ਸੀ,
ਪਾਰਟੀ ਨੇ 21 ਸਾਲ ਦੇ ਵਿੱਚ 19 ਸਾਲ ਉਹਨਾਂ ਨੂੰ ਤਾਕਤ ਦੇ ਕੇ ਰੱਖੀ। ਜਦੋਂ ਉਹਨਾਂ ਕੋਲ ਜੋ ਤਾਕਤ ਦੇ ਵਿੱਚ ਸੀਗੇ, ਮੈਂ ਆਪਦਾ ਉੱਥੇ ਕੰਮ ਕਰ ਰਿਹਾ ਸੀਗਾ, ਉਹਨਾਂ ਨੇ ਪਾਰਟੀ ਛੱਡੀ ਹੈ। ਫਿਰ ਮੈਂ ਦੱਸੋ ਰਮਾਂਸ਼ੂ ਜੀ, ਕਿਸ ਮੂੰਹ ਨਾਲ ਮੈਂ ਇਹੋ ਜਿਹੀ ਪਾਰਟੀ ਜੁਆਇਨ ਕਰਦਾ ਜਿਸ ਪਾਰਟੀ ਨੇ ਭਾਜਪਾ ਨਾਲ ਅਲਾਈਅੰਸ ਕਰ ਲਿਆ ਹੈ, ਜਿਸ ਭਾਜਪਾ ਨੇ ਪੰਜਾਬ ਤੇ ਪੰਜਾਬੀਅਤ ਨੂੰ 1.5 ਸਾਲ ਦਿੱਲੀ ਦੇ ਬਾਰਡਰਾਂ ਤੇ ਰੋਲਿਆ ਹੈ, ਜਿਸ ਨੇ 1.5 ਸਾਲ ਪੰਜਾਬੀਆਂ ਨੂੰ ਟੋਲ ਪਲਾਜ਼ਿਆਂ ਤੇ ਰੋਲਿਆ ਹੈ, ਜਿਸ ਨੇ ਹਜੇ 750 ਜਿਹੜੀਆਂ ਕਿਸਾਨ ਮਜ਼ਦੂਰ ਸ਼ਹੀਦ ਹੋਏ ਹੈ, ਅਜੇ ਉਹਨਾਂ ਦਾ ਜਵਾਬ ਦੇਣਾ ਹੈ। ਜੇ ਮੈਂ ਇਹ ਫੈਸਲਾ ਲਿੱਤਾ ਤਾਂ ਜਨਤਾ ਜਵਾਬ ਦੇਊਗੀ ਕਿ ਮੇਰਾ ਉਹ ਫੈਸਲਾ ਸਹੀ ਹੈ ਕਿ ਨਹੀਂ। ਸੰਧੂ ਸਾਹਿਬ, ਪਰ ਤੁਸੀਂ PLC ਬਣਨ ਤੋਂ ਪਹਿਲਾਂ ਦੀ ਗੱਲ ਮੈਂ ਕਰ ਰਿਹਾ, ਜਿਸ ਦਿਨ CLP ਦੀ ਮੀਟਿੰਗ ਸੀਗੀ, ਜਿਸ ਦਿਨ ਕੈਪਟਨ ਅਮਰਿੰਦਰ ਸਿੰਘ ਨੇ ਇਸਤੀਫਾ ਦਿੱਤਾ, ਉਸ ਦਿਨ ਵੀ ਤੁਸੀਂ JW ਮੈਰਿਟ 'ਚ ਤੁਹਾਡੀਆਂ ਤਸਵੀਰਾਂ ਸਾਹਮਣੇ ਆਈਆਂ, ਤੁਸੀਂ ਤਾਂ ਸਾਥ ਉਸੇ ਦਿਨ ਛੱਡਤਾ ਸੀਗਾ ਉਹਨਾਂ ਦਾ। ਬਿਲਕੁਲ, ਕਿਉਂਕਿ ਉਸੇ ਦਿਨ ਹੀ ਉਹਨਾਂ ਨੇ ਮੈਨੂੰ ਦੱਸਤਾ ਸੀ ਇਸਤੀਫਾ ਦੇਣ ਵੇਲੇ ਕਿ ਮੈਂ ਇਸਤੀਫਾ ਦੇ ਰਿਹਾ ਤੇ ਮੈਂ ਅੱਗੇ ਆਹ ਕਰਨ ਜਾ ਰਿਹਾ। ਜਦੋਂ ਉਹਨਾਂ ਨੇ ਸੋਚ ਹੀ ਬਣਾਤੀ ਕਿ ਮੈਂ ਇਸਤੀਫਾ ਦੇ ਕੇ ਆਹ ਕਰਨ ਜਾ ਰਿਹਾ ਹੈਗਾ, ਮੇਰਾ 3 ਪੁਸ਼ਤੀ ਇਸ ਪਾਰਟੀ ਦੇ ਨਾਲ ਨਾਤਾ ਹੈਗਾ। ਮੇਰੇ ਗ੍ਰੈਂਡਫਾਦਰ ਇੱਕ ਵੋਟਰ ਸੀ, ਮੇਰੇ ਫਾਦਰ ਇੱਕ ਵੋਟਰ ਤੇ ਸਪੋਰਟਰ ਸੀ, ਔਰ ਤੀਸਰਾ ਸਾਡਾ ਪਰਿਵਾਰ ਆ ਗਿਆ। ਮੈਂ ਮਾਂ ਨਹੀਂ ਛੱਡੀ। ਜੇ ਪਾਰਟੀ ਨੂੰ ਤੁਸੀਂ ਮਾਂ ਮੰਨਦੇ ਹੋ, ਮੈਂ ਉਸ ਕੈਪਟਨ ਅਮਰਿੰਦਰ ਸਿੰਘ ਨੂੰ ਗੁਰੂ ਵੀ ਮੰਨਦੇ ਸੀਗੇ। ਨਹੀਂ, ਮੈਂ ਅਸੀਂ ਗੁਰੂ, ਮੇਰੇ ਕਈ ਇੰਟਰਵਿਊ 'ਚ ਤੁਸੀਂ ਕਿਹਾ ਕਿ ਅਸੀਂ ਗੁਰੂ ਨੇ ਮੇਰੇ। ਗੁਰੂ ਬਾਰੇ ਮੈਨੂੰ ਕਿਸੇ ਨੇ ਸਵਾਲ ਨਹੀਂ ਰਮਾਂਸ਼ੂ ਜੀ ਕੀਤਾ, ਪਰ ਮੈਂ ਕਿਸੇ ਇਨਸਾਨ ਲਈ ਜਿਹਦੇ ਲਈ ਤੁਸੀਂ 14 ਸਾਲ ਕੰਮ ਕੀਤਾ ਹੋਵੇ, ਬਤੌਰ ਉਹ ਪਾਰਟੀ ਪ੍ਰਧਾਨ ਹੋਣ, ਮੁੱਖ ਮੰਤਰੀ ਹੋਣ, ਮੈਂ ਉਹਨਾਂ ਦੀ ਇੱਜ਼ਤ ਉਦੋਂ ਵੀ ਕਰਦਾ ਸੀ, ਉਹਨਾਂ ਦੀ ਇੱਜ਼ਤ ਅੱਜ ਵੀ ਕਰਦਾ। ਲਾਸਟ ਕਨਵਰਸੇਸ਼ਨ ਕੀ ਸੀਗੀ ਤੁਹਾਡੀ ਫਿਰ, ਜਾਂ ਉਹਨਾਂ ਨੇ ਨਹੀਂ ਤੁਹਾਨੂੰ ਰੋਕਿਆ ਕਿ ਮੇਰੇ ਨਾਲ ਆ ਜਾਓ? ਕੁਝ ਪੁਰਾਣੀ ਟੀਮ ਤੁਹਾਡੀ ਉਹਨਾਂ ਦੇ ਨਾਲ ਹੈ, ਤੁਹਾਨੂੰ ਉਹਨਾਂ ਨੇ ਕਿਹਾ ਹੋਵੇ ਕਿ ਆ ਜਾ ਯਾਰ, ਜਾਂ ਫਿਰ ਤੁਸੀਂ ਉਹਨਾਂ ਨੂੰ ਕੁਝ ਕਿਹਾ ਹੋਵੇ ਕਿ ਤੁਸੀਂ ਪਾਰਟੀ ਨਾ ਬਣਾਓ, BJP ਦੇ ਨਾਲ ਨਾ ਜਾਓ? ਆਖਿਰਕਾਰ ਤੁਸੀਂ ਪੋਲੀਟੀਕਲ ਐਡਵਾਈਜ਼ਰ ਸੀਗੇ ਉਹਨਾਂ ਦੇ, ਤੁਸੀਂ ਐਡਵਾਈਜ਼ ਕਰਨਾ ਕਦੋਂ ਛੱਡਿਆ? ਰਮਾਂਸ਼ੂ ਜੀ, ਬਹੁਤ ਗੱਲਾਂ ਜੋ ਤੁਹਾਨੂੰ ਸਾਹਮਣੇ ਦਿਖਦੀਆਂ ਉਹ ਪਰਦੇ ਦੇ ਪਿੱਛੇ ਹਕੀਕਤ ਕੁਝ ਹੋਰ ਹੁੰਦੀ ਹੈ। ਜਿਵੇਂ ਮੈਂ ਦੱਸਦਾ ਕਿ ਜਿਸ ਜਗ੍ਹਾ ਤੇ ਮੈਂ ਬੈਠਾ ਸੀ, ਉਸ ਜਗ੍ਹਾ ਤੇ ਮੇਰੇ ਦਿਲ ਦੇ ਅੰਦਰ, ਮੇਰੇ ਢਿੱਡ ਦੇ ਅੰਦਰ ਬਹੁਤ ਗੱਲਾਂ ਹੈ, ਉਹ ਦਫਨ ਰਹਿ ਜਾਣ ਹੀ ਚੰਗੀਆਂ ਹੈ। ਜੇ ਤੁਸੀਂ ਕਿਉਂ ਨਹੀਂ ਕੱਢ ਰਹੇ ਹੋ ਗੱਲਾਂ? ਫਿਰ ਇਦਾਂ ਤਾਂ ਜਨਤਾ ਦਾ ਨੁਕਸਾਨ ਹੁੰਦਾ, ਜਨਤਾ ਨੂੰ ਤਾਂ ਪਤਾ ਲੱਗਣੀ ਚਾਹੀਦੀ ਹੈ ਨਾ, ਆਖਿਰਕਾਰ ਜਨਤਾ ਨੇ ਚੁਣਿਆ ਸੀਗਾ। ਰਮਾਂਸ਼ੂ ਜੀ, ਇਹ ਆਪਦੀ ਸੋਚ ਹੈ। ਤੁਸੀਂ ਜਦੋਂ ਕਿਤੇ ਬੈਠੇ ਹੁੰਦੇ ਹੋ, ਤੁਹਾਡੇ ਕੋਲੇ ਇਸ ਕਿਸਮ ਦੀ ਖਬਰ ਜਾਂ ਇਨਫੋਰਮੇਸ਼ਨ ਅਵੇਲੇਬਲ ਹੁੰਦੀ ਹੈ। ਹੁਣ ਜਿਵੇਂ ਮੈਨੂੰ ਕਿਹਾ ਗਿਆ ਵੀ ਮੈਂ ਪ੍ਰਗਟ ਸਿੰਘ ਨੂੰ ਗਾਲਾਂ ਕੱਢੀਆਂ, ਮੈਂ ਕਿਸੇ ਹੋਰ ਬੰਦੇ ਨੂੰ ਧਮਕੀਆਂ ਦਿੱਤੀਆਂ, ਉਹਦੀ ਜੇ ਮੈਂ ਸੱਚਾਈ ਕਿਤੇ ਸਾਹਮਣੇ ਲੈ ਕੇ ਆਵਾਂ ਤਾਂ ਮੇਰੇ ਖਿਆਲ 'ਚ ਬਹੁਤ ਬੰਦੇ ਉਸ ਵਿੱਚ ਸ਼ਰਮਸਾਰ ਹੋਣਗੇ। ਤੁਹਾਡੇ ਤੋਂ ਪ੍ਰੈਸ਼ਰ ਹੁੰਦਾ ਸੀ ਕਿ ਇਸ ਲੀਡਰ ਨੂੰ ਮਨਾਓ, ਜਾਂ ਇਹਦੇ ਨਾਲ ਗੱਲ ਕਰੋ, ਜਾਂ ਉਹਦੇ ਨਾਲ ਗੱਲ ਕਰੋ, ਪ੍ਰਗਟ ਨਾਲ ਗੱਲ ਕਰੋ? ਮੈਂ ਉਹਨੂੰ ਹਮੇਸ਼ਾ ਆਪਦੀ ਡਿਊਟੀ ਮੰਨ ਕੇ ਚੱਲਿਆ। ਮੈਂ ਆਪਦੀ ਡਿਊਟੀ ਮੰਨ ਕੇ 14 ਸਾਲ ਮੈਂ ਆ ਕੇ ਡਿਲੀਵਰ ਕਰਦਾ ਸੀ ਵੀ ਆਹ ਸੀ ਪ੍ਰੋਬਲਮ ਜੀ, ਐਂ ਹੱਲ ਕਰ ਲਈ ਹੈਗੀ ਹੈ। ਤੁਸੀਂ ਸੈਕਟਰੀਏਟ 'ਚ ਹੁੰਦੇ ਸੀਗੇ, ਕੈਪਟਨ ਅਮਰਿੰਦਰ ਸਿੰਘ ਹੁਣ ਕਹਿੰਦੇ ਮੇਰੇ ਟਾਈਮ ਤੇ ਮੈਂ ਸੋਨੀਆ ਗਾਂਧੀ ਨੂੰ ਬੜੀ ਸ਼ਿਕਾਇਤਾਂ ਭੇਜੀਆਂ ਕਿ ਬੜੇ MLA ਜਾਂ ਮੰਤਰੀਆਂ ਦੇ ਨਾਮ ਸੀਗੇ ਮਾਈਨਿੰਗ ਦੇ ਵਿੱਚ। ਇਸ ਤਰ੍ਹਾਂ ਦੀ ਹਲਚਲ ਕੋਈ ਨਜ਼ਰ ਆਉਂਦੀ ਸੀਗੀ ਉਸ ਕੈਪਟਨ ਗਰੁੱਪ ਦੇ ਵਿੱਚ ਕਿ ਕੁਝ ਹੋਰ MLA ਜਾਂ ਕੁਝ ਮੰਤਰੀ ਜਿਹੜੇ ਨੇ ਇਲੀਗਲ ਜਿਹੜੇ ਕੰਮਾਂ ਦੇ ਵਿੱਚ ਇਨਵੋਲਵ ਨੇ, ਔਰ ਕੈਪਟਨ ਅਮਰਿੰਦਰ ਸਿੰਘ ਕੁਝ ਦੱਸ ਨਹੀਂ ਰਹੇ ਜਾਂ ਸੋਨੀਆ ਗਾਂਧੀ ਨੂੰ ਸ਼ਿਕਾਇਤ ਕਰ ਰਹੇ ਨੇ? ਦੇਖੋ, ਮੈਂ ਜਿਵੇਂ ਦੱਸਿਆ ਸੀ ਕਿ ਜਿਵੇਂ ਸਰਕਾਰ ਬਣੀ ਤੇ ਉਹ ਜਿਹੜਾ ਸਿੱਕਾ ਚੱਲਣ ਵਾਲੀ ਗੱਲ ਕੀਤੀ ਤੇ ਚਿੱਠੀਆਂ ਲਿਖਣ ਤੇ ਚਿੱਠੀਆਂ ਬਣਾਉਣ ਵਾਲੀ ਤੇ ਮੰਤਰੀ ਬਣਾਉਣ ਵਾਲੀ ਤੇ ਮੰਤਰੀ ਹਟਾਉਣ ਵਾਲੀ ਤੇ ਅਫਸਰ ਲਾਉਣ ਵਾਲੀ ਤੇ ਅਫਸਰ ਹਟਾਉਣ ਵਾਲੀ, ਉਹ ਹੌਲੀ ਜਿਹੜੇ CM ਆਫਿਸ ਦੇ ਵਿੱਚ ਆਫੀਸਰ ਸੀ ਉਹਨਾਂ ਨੇ ਟੇਕ ਓਵਰ ਕਰ ਲਿਆ ਸੀ। ਇਹ ਸਾਰੀਆਂ ਜਿਹੜੀਆਂ ਗੱਲਾਂ ਕੀ ਬਣੀਆਂ, ਕਿਹਨੇ ਕਿਹਨੂੰ ਚਿੱਠੀ ਲਿਖੀ ਨਹੀਂ ਲਿਖੀ, ਇਹਦਾ ਖੁਲਾਸਾ ਉਹ ਬਿਹਤਰ ਕਰ ਸਕਦੇ ਆ। ਤੁਹਾਨੂੰ ਨਹੀਂ ਲੱਗਦਾ ਕਿ ਹੁਣ ਵਿਰੋਧੀ ਤੁਹਾਡੇ ਪ੍ਰਚਾਰ ਕਰਦੇ, ਕਹਿੰਦੇ ਕੈਪਟਨ ਅਮਰਿੰਦਰ ਸਿੰਘ ਦੇ ਨਹੀਂ ਜੋ ਹੋਇਆ ਉਹ ਦਾਖੇ ਹਲਕੇ ਦਾ ਕੀ ਹੋਏਗਾ, ਔਰ ਅਗਲਿਆਂ ਨੂੰ ਤਾਂ ਮੌਕਾ ਮਿਲ ਗਿਆ ਇਸ ਤਰ੍ਹਾਂ ਦਾ ਪ੍ਰਚਾਰ ਕਰਨ ਦਾ? ਮੈਂ ਆਪਦੀ ਮਾਂ ਦਾ ਹੋ ਕੇ ਰਿਹਾ। ਜੇ ਕੋਈ ਪੁੱਤ ਮਾਂ ਤੋਂ ਅੱਡ ਹੋ ਜੇ, ਇੱਕ ਪੁੱਤ ਮਾਂ ਨਾਲ ਰਹਿਣਾ ਚਾਹੇ, ਉਹਨੇ ਗਲਤੀ ਕੀ ਕੀਤੀ ਹੈ? ਇਹ ਤਾਂ ਉਹ ਪੁੱਤ ਜਵਾਬ ਦੇਵੇ ਜਿਸ ਮਾਂ ਨੇ ਉਸ ਪੁੱਤ ਨੂੰ ਸਾਰੀ ਉਮਰ ਸਿੰਜਿਆ, ਜਿਹਨੂੰ 21 ਸਾਲ ਦੇ ਵਿੱਚੋਂ 19 ਸਾਲ ਪਾਵਰ ਦੇ ਕੇ ਰੱਖੀ। ਉਹਨੇ ਕਿਉਂ ਫੈਸਲਾ ਲਿੱਤਾ? ਉਹ ਜੇ ਪਾਰਟੀ ਦਾ ਨਹੀਂ ਹੋਇਆ, ਉਹ ਕਿਹਦਾ ਹੋਊਗਾ? ਜਦੋਂ ਜਿਹੜੇ ਹੁਣ ਚਾਹੇ ਉਹ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨ ਬਣੇ, ਚਾਹੇ ਚਰਨਜੀਤ ਸਿੰਘ ਚੰਨੀ ਨੇ, ਇਹ ਦੂਜਾ ਧੜਾ ਸੀਗਾ ਕੈਪਟਨ ਅਮਰਿੰਦਰ ਸਿੰਘ ਦਾ। ਫਿਰ ਜੋ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਕਰੀਬੀ ਸੀ, ਉਹਨਾਂ ਨੂੰ ਉਸ ਧੜੇ ਦੇ ਵਿੱਚ ਜਾਣ 'ਚ ਕੋਈ ਮੁਸ਼ਕਲ ਤਾਂ ਨਹੀਂ ਹੋਈ ਉਹਨਾਂ ਦੇ ਨਾਲ? ਕਿਉਂਕਿ ਇਹ ਓਬਵੀਅਸ ਜੀ ਗੱਲ ਹੈ ਕਿ ਮੈਂ ਕਿਸੇ ਦੇ ਨਾਲ ਆ, ਫਿਰ ਜਦੋਂ ਦੂਜੇ ਧੜੇ ਦੇ ਵਿੱਚ ਜਾਣਾ ਤਾਂ ਮੁਸ਼ਕਲ ਤਾਂ ਹੋਏਗੀ। ਉਹ ਵੀ ਸ਼ੱਕ ਦੀ ਨਿਗਾਹ ਨਾਲ ਦੇਖਦੇ ਹੋਣਗੇ। ਤਾਂ ਤੁਹਾਨੂੰ ਕੰਫਰਟ ਰਿਹਾ ਉੱਥੇ? ਕੰਫਰਟ ਉਹਨਾਂ ਨੇ ਪੂਰਾ ਕੰਫਰਟ ਉਹਨਾਂ ਨੇ ਦਿੱਤਾ ਕਿ ਨਹੀਂ ਦਿੱਤਾ? ਕੋਈ ਸ਼ੱਕ ਨਹੀਂ। ਇਹ ਸਵਾਲ ਜਿਹੜਾ ਤੁਸੀਂ ਪੁੱਛਿਆ, ਜਿਹੜੇ ਉਹ 1.5-2 ਮਹੀਨੇ ਸੀ ਪਹਿਲੇ, ਉਹ ਬੜੇ ਔਖੇ ਨਿਕਲੇ। ਬਿਲਕੁਲ ਆਹੀ ਗੱਲਾਂ ਕਿ ਉਧਰ ਬੜਾ ਵਿਸ਼ਵਾਸ ਪਾਤਰ ਸੀ, ਇਹਨੂੰ
ਇਹਦਾ ਕੀ ਰੋਲ ਹੋਊਗਾ। ਇਸੇ ਕਰਕੇ ਆਫਿਸ ਦੇ ਵਿੱਚ ਉਹਨਾਂ ਨੇ ਚੇਂਜ ਲੈ ਕੇ ਆਂਦੀ, ਆਰਗੇਨਾਈਜੇਸ਼ਨ ਵਿੱਚ ਉਹਨਾਂ ਨੇ ਜਨਰਲ ਸੈਕਟਰੀ ਆਪਦੇ ਲਾਏ, ਔਰ ਇਸੇ ਤਰੀਕੇ ਨਾਲ ਸੀਐਮ ਆਫਿਸ ਦੇ ਵਿੱਚ ਵੀ ਜਿਹੜੀ ਚੇਂਜਸ ਆਈਆਂ ਉਹਦਾ ਮੈਂ ਹਿੱਸਾ ਨਹੀਂ ਬਣਿਆ। ਸੋ ਇਸ ਕਰਕੇ ਮੈਂ ਆਪਦਾ ਸਾਰਾ ਜਿਹੜਾ ਫੋਕਸ ਸੀ ਜਾਂ ਦਿਮਾਗ ਸੀ ਉਹ ਦਾਖੇ ਹਲਕੇ ਵਿੱਚ ਲਾ ਲਿਆ। ਫਿਰ ਹੌਲੀ ਹੌਲੀ ਜਦੋਂ ਤੁਸੀਂ ਜ਼ਰੂਰਤ ਪੈਂਦੀ ਹੈ, ਤੁਸੀਂ ਗੱਲਬਾਤ ਕਰਦੇ ਹੋ, ਤਾਂ ਉਹ ਜਿਹੜੇ ਸ਼ੰਕਾ ਦੇ ਜਿਹੜੀ ਸੋਚ ਹੁੰਦੀ ਹੈ ਉਹ ਦੂਰ ਹੁੰਦੀ ਜਾਂਦੀ ਹੈ, ਔਰ ਇੱਕ ਕੌਨਫੀਡੈਂਸ, ਇੱਕ ਟਰਸਟ ਬਿਲਡਿੰਗ ਸ਼ੁਰੂ ਹੋ ਜਾਂਦੀ ਹੈ। ਉਹ ਤਬਦੀਲੀ ਆ ਜਾਂਦੀ। ਟਰਸਟ ਤੁਹਾਡਾ ਕਿਹਦੇ ਨਾਲ ਬਣਿਆ, ਚਰਨਜੀਤ ਸਿੰਘ ਚੰਨੀ ਨਾਲ ਜਾਂ ਨਵਜੋਤ ਸਿੰਘ ਸਿੱਧੂ ਨਾਲ? ਕਿਉਂਕਿ ਦੋਵਾਂ ਨਾਲ ਚੱਲਣਾ ਸੀ, ਸਰਕਾਰ ਨਾਲ ਵੀ ਔਰ ਪਾਰਟੀ ਨਾਲ। ਸਰਕਾਰ ਔਰ ਪਾਰਟੀ 'ਚ ਹਜੇ ਵੀ ਦੂਰੀਆਂ ਨੇ, ਦਬੀ ਜ਼ਮਾਨ ਦੇ ਵਿੱਚ ਤਾਂ ਦੂਰੀਆਂ ਹੈਗੀਆਂ ਹੀ ਨੇ। ਦੋਨੋਂ ਮੇਰੇ ਲਈ ਸਤਿਕਾਰਯੋਗ ਹੈ, ਪਰ ਮੇਰੀ ਨੇੜਤਾ ਮੁੱਖ ਮੰਤਰੀ ਸਾਹਿਬ ਨਾਲ ਜ਼ਿਆਦਾ ਹੋਈ। ਤੁਹਾਡੇ ਹਲਕੇ ਦੇ ਵਿੱਚ ਚਰਨਜੀਤ ਸਿੰਘ ਚੰਨੀ ਦਾ ਨਾਮ ਦਾ ਐਲਾਨ ਹੋਇਆ, ਲੱਗਦਾ ਤੁਹਾਨੂੰ ਕਿ ਸਰਕਾਰ ਬਣਾ ਪਾਣਗੇ, ਰਿਪੀਟ ਕਰਵਾ ਪਾਣਗੇ ਕਾਂਗਰਸ ਨੂੰ ਚਰਨਜੀਤ ਸਿੰਘ ਚੰਨੀ ਦੇ ਮੋਢਿਆਂ ਤੇ? ਜੇ ਕਾਂਗਰਸ ਜਾ ਰਹੀ ਹੈ ਜਾਂ ਬਰਾਤ ਦਾ ਲਾੜਾ ਕਹਿੰਦੇ ਬਣਾਤਾ ਚਰਨਜੀਤ ਸਿੰਘ ਚੰਨੀ ਨੂੰ, ਤਾਂ ਫਿਰ ਪੰਜਾਬ ਜਿੱਤ ਸਕਣਗੇ? ਦੇਖੋ, ਕਾਂਗਰਸ ਪਾਰਟੀ ਕੋਲੇ ਹੋਰ ਵਿਕਲਪ ਜਿਹੜਾ ਸੀਗਾ ਨਹੀਂ। ਚਰਨਜੀਤ ਸਿੰਘ ਚੰਨੀ ਨੇ 4 ਮਹੀਨਿਆਂ ਦੇ ਵਿੱਚ ਜਿਸ ਤਰੀਕੇ ਨਾਲ ਚੀਫ ਮਿਨਿਸਟਰਸ਼ਿਪ ਕੀਤੀ, ਔਰ ਹਿਮਾਂਸ਼ੂ ਜੀ ਭੁੱਲੀਏ ਨਾ, ਕਿਸੇ ਵੀ ਸਰਕਾਰ ਦੇ ਜਿਹੜੇ ਪਿਛਲੇ 6 ਮਹੀਨੇ ਹੁੰਦੇ ਆ, ਕੰਮ ਕਰਾਉਣਾ ਸਰਕਾਰ ਦੇ ਵਿੱਚ ਕੋਈ ਬੜਾ ਇੱਕ ਚੈਲੰਜਿੰਗ ਟਾਈਮ ਹੁੰਦਾ ਉਹ। ਇਸ ਦੇ ਬਾਵਜੂਦ ਉਹਨਾਂ ਨੇ 111 ਫੈਸਲੇ ਲਾਗੂ ਕਰਵਾਏ। ਉਨੀਆਂ ਕੈਬਨਿਟ ਮੀਟਿੰਗਾਂ 4.5 ਸਾਲ 'ਚ ਨਹੀਂ ਹੋਈਆਂ ਜਿੰਨੀਆਂ ਉਸ 111 ਦਿਨ 'ਚ ਹੋ ਗਈਆਂ, ਕਿਉਂਕਿ ਹਰ ਜਿਹੜੀ ਆਪਾਂ ਕੋਈ ਲੈ ਕੇ ਆਉਣੀ ਹੁੰਦੀ ਚੀਜ਼ ਉਹਨੂੰ ਕੈਬਨਿਟ ਦਾ ਅਪਰੂਵਲ ਹੋਣਾ ਜ਼ਰੂਰੀ ਹੁੰਦਾ ਹੈ। ਇੱਕ ਸਭ ਤੋਂ ਉਦੋਂ ਰਾਹੁਲ ਜੀ ਨੇ ਇੱਕ ਗੱਲ ਆਖੀ, ਕਹਿੰਦੇ ਮੈਂ ਅੱਜ ਇਹ ਅਨਾਊਂਸਮੈਂਟ ਕਰ ਰਿਹਾ, ਇਹ ਮੈਂ ਜਦੋਂ ਫੈਸਲਾ ਲਿੱਤਾ ਸੀ ਮੁੱਖ ਮੰਤਰੀ ਬਦਲਣ ਦਾ, ਉਦੋਂ ਤਾਂ ਕਿਹਾ ਜਾ ਸਕਦਾ ਕਿ ਸਾਡਾ ਯੋਗਦਾਨ ਸੀ। ਅੱਜ ਮੈਂ ਸਿਰਫ ਅਨਾਊਂਸ ਕਰਨ ਆਇਆ, ਮੈਜੋਰਿਟੀ ਨਹੀਂ, ਓਵਰਵੈਲਮਿੰਗ ਮੈਜੋਰਿਟੀ ਨੇ ਜੇ ਨਾਂ ਲਿੱਤਾ ਕਿ ਕੌਣ ਬੰਦਾ ਜਿਹੜਾ ਕਾਂਗਰਸ ਦਾ ਮੁੱਖ ਮੰਤਰੀ ਦਾ ਜਿਹਦਾ ਨਾਂ ਹੋਣਾ ਚਾਹੀਦਾ, ਉਸ ਵਿੱਚ ਚਰਨਜੀਤ ਸਿੰਘ ਚੰਨੀ ਦਾ ਨਾਂ ਹੈ। ਤੁਸੀਂ, ਮੈਂ ਤੁਹਾਨੂੰ ਸਿਆਸੀ ਚਾਣਕਿਆ ਕਹਿੰਦਾ ਰਿਹਾ ਕੈਪਟਨ ਅਮਰਿੰਦਰ ਸਿੰਘ ਦਾ, ਤੁਸੀਂ ਪੰਜਾਬ ਦੇ ਹਾਲਾਤ ਕਿਵੇਂ ਦੇਖ ਰਹੇ ਹੋ? ਇੱਕ ਪਾਸੇ ਭਗਵੰਤ ਮਾਨ, ਸੁਖਬੀਰ ਬਾਦਲ ਔਰ ਚਰਨਜੀਤ ਸਿੰਘ ਚੰਨੀ ਦੇ ਵਿਚਕਾਰ ਮੁੱਖ ਮੁਕਾਬਲਾ ਹੋਣ ਜਾ ਰਿਹਾ। ਕੈਪਟਨ ਅਮਰਿੰਦਰ ਸਿੰਘ ਵੀ ਨੇ ਮੁਕਾਬਲੇ ਵਿੱਚ, ਬੀਜੇਪੀ ਵੀ ਨੇ। ਤੁਸੀਂ ਦੱਸੋ ਹੈਗੇ ਕਿ ਨਹੀਂ ਹੈਗੇ? ਚਲੋ ਉਹਨਾਂ ਤੋਂ ਸ਼ੁਰੂ ਕਰਦੇ ਹੈਗੇ ਕਿ ਨਹੀਂ ਹੈਗੇ? ਨਹੀਂ, ਮੇਰਾ ਨਹੀਂ ਖਿਆਲ, ਕਿਉਂਕਿ ਬੀਜੇਪੀ ਵਰਗੀ ਵੱਡੀ ਪਾਰਟੀ ਦੇ ਨਾਲ ਅਲਾਇੰਸ ਉਹਨਾਂ ਦਾ। ਦੇਖੋ ਸਾਹਿਬ, ਦੇਖੋ ਮੇਰੀ ਸੋਚ ਹੈ, ਜਿਸ ਇਨਸਾਨ ਬਾਰੇ ਇੱਕ ਸੋਚ ਹੋਵੇ 1984 ਦੀ ਜਦੋਂ ਉਹਨਾਂ ਨੇ ਅਸਤੀਫਾ ਦਿੱਤਾ, ਸੋਚ ਹੋਵੇ ਕੰਦੂ ਖੇੜੇ ਦੀ ਜਦੋਂ ਪੰਜਾਬੀ ਹਲਕਿਆਂ ਦਾ ਇਸ਼ੂ ਹੋਇਆ, ਸੋਚ ਹੋਵੇ ਪਾਣੀਆਂ ਦੀ, ਉਹੋ ਜਿਹਾ ਇਨਸਾਨ ਜਦੋਂ ਪਾਵਰ ਨੂੰ ਲੈ ਕੇ ਜਾਂ ਕਈ ਕਾਰਨਾਂ ਨੂੰ ਲੈ ਕੇ ਇੱਕ ਇਹੋ ਜਿਹੀ ਪਾਰਟੀ ਨਾਲ ਹੱਥ ਮਿਲਾਵੇ ਜਿਸਨੇ 1.5 ਸਾਲ ਜੋ ਪੰਜਾਬ 'ਚ ਕੀਤਾ ਹੈਗਾ, ਜਿਸ ਤਰੀਕੇ ਨਾਲ ਕਿਸਾਨੀ ਅੰਦੋਲਨ ਜਦੋਂ ਚੱਲਿਆ, ਕਾਲੇ ਕਾਨੂੰਨ ਆਏ, ਲੋਕ ਇਸ ਚੀਜ਼ ਨੂੰ ਬਹੁਤ ਨੇੜਤਾ ਨਾਲ ਦੇਖ ਰਹੇ ਹੈਗੇ ਆ। ਜਿੱਥੋਂ ਤੱਕ ਤੁਸੀਂ ਗੱਲ ਕੀਤੀ ਸੁਖਬੀਰ ਬਾਦਲ ਜਾਂ ਭਗਵੰਤ ਸਿੰਘ ਮਾਨ ਤੇ ਜਾਂ ਚਰਨਜੀਤ ਸਿੰਘ ਚੰਨੀ ਦੀ, ਇਹ ਵੀ ਮੁਕਾਬਲਾ ਤੁਹਾਡੇ ਚੈਨਲਾਂ ਨੇ 20 ਵਾਰੀ ਪੂਰੇ ਸਟੇਟ ਵਿੱਚ ਕਰਾ ਕੇ ਦੇਖ ਲਿਆ ਹੈਗਾ ਕਿ ਚਰਨਜੀਤ ਸਿੰਘ ਚੰਨੀ ਲਗਾਤਾਰ ਜਿਹੜੇ ਹੈਗੇ ਲੋਕਾਂ ਦੀ ਪਹਿਲੀ ਪਸੰਦ ਹੈਗੇ ਆ, ਤੇ ਫਿਰ ਸ਼ਾਇਦ ਭਗਵੰਤ ਮਾਨ ਹੈਗੇ ਆ, ਤੇ ਬਾਦਲ ਸਾਹਿਬ ਤਾਂ ਕਾਫੀ ਥੱਲੇ ਹੈਗੇ ਆ। ਸੋ ਇਹ ਇਸੇ ਜ਼ਰੀਏ ਨਾਲ ਹੀ ਤੁਸੀਂ ਦੇਖ ਸਕਦੇ ਹੋ, ਔਰ ਇਹੀ ਜ਼ਰੀਏ ਦੇ ਨਾਲ, ਕਿਉਂਕਿ ਮੇਰਾ ਹੁਣ ਸਾਰਾ ਦਿਮਾਗ ਜਾਂ ਮਿਹਨਤ ਜਾਂ ਸੋਚ ਇੱਥੇ ਹੈ, ਮੈਂ ਮਹਿਸੂਸ ਕਰਦਾ ਕਿ ਚਰਨਜੀਤ ਸਿੰਘ ਚੰਨੀ ਯਕੀਨਨ ਕਾਂਗਰਸ ਦੀ ਸਰਕਾਰ ਬਣਾਉਣ ਵਿੱਚ ਸਫਲ ਰਹਿਣਗੇ, ਔਰ ਕਾਂਗਰਸ ਇੱਕ ਵਾਰੀ ਫਿਰ ਆਪਦੀ। ਆਖਰੀ 2 ਸਵਾਲ, ਜੋ ਕਿਉਂਕਿ ਤੁਸੀਂ ਕੈਪਟਨ ਅਮਰਿੰਦਰ ਸਿੰਘ ਦਾ ਜ਼ਿਕਰ ਕਰ ਰਹੇ ਹੋ ਕਿ ਉਹਨਾਂ ਨੇ ਬੀਜੇਪੀ ਨਾਲ ਹੱਥ ਮਿਲਾ ਲਿਆ, ਮੁੱਦੇ ਇਹ ਸੀਗੇ ਕਿ ਬੇਅਦਬੀ ਦੇ ਵਿੱਚ ਇਨਸਾਫ ਨਹੀਂ ਦਵਾ ਪਾਏ ਕੈਪਟਨ ਅਮਰਿੰਦਰ ਸਿੰਘ, ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਕੋਈ ਕਾਰਵਾਈ ਨਹੀਂ ਕਰ ਪਾਏ ਕੈਪਟਨ ਅਮਰਿੰਦਰ ਸਿੰਘ, ਇਸ ਲਈ ਉਹਨਾਂ ਨੂੰ ਅਲੱਗ ਕਰਤਾ। ਪਰ ਉਹ ਮਸਲੇ ਤਾਂ ਹਜੇ ਵੀ ਉੱਥੇ ਦੇ ਉੱਥੇ ਹੀ ਨੇ। FIR ਜ਼ਰੂਰ ਦਰਜ ਹੋ ਗਈ, ਪਰ ਉਸ ਮਸਲੇ ਦਾ ਕੋਈ ਜ਼ਿਆਦਾ ਹੱਲ ਨਹੀਂ ਨਿਕਲਿਆ। ਬੇਅਦਬੀ ਨੂੰ ਲੈ ਕੇ SIT ਬਣ ਗਈ ਜਾਂ ਜਾਂਚ ਤਾਂ ਹੋ ਰਹੀਆਂ ਨੇ, ਪਰ ਮਸਲੇ ਦਾ ਹੱਲ ਨਹੀਂ ਨਿਕਲਿਆ। ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਸਾਈਡ ਤੇ ਕਰਨ ਦੀ ਲੋੜ ਕੀ ਸੀ? ਤੁਸੀਂ ਨਹੀਂ ਮਨ ਦੇ ਅੰਦਰ ਸੋਚਦੇ ਕਦੇ? ਇੱਕ ਪਾਸੇ 4.5 ਸਾਲ ਦਾ ਖੁੱਲਾ ਸਮਾਂ, ਪੂਰੀ ਪਾਵਰ, ਸਾਰੀ ਤਾਕਤ, ਕਾਨੂੰਨੀ ਮਾਹਰਾਂ ਦੀ ਐਡਵਾਈਸ, ਦੂਜੇ ਪਾਸੇ 111 ਦਿਨ, ਉਹ ਦਿਨ ਜਿਹੜੇ ਮੈਂ ਪਹਿਲਾਂ ਦੱਸ ਕੇ ਹਟਿਆ ਕਿ ਇਸ ਦੇ ਬਾਵਜੂਦ ਭਾਵੇਂ ਜਿਹੜਾ ਵਿਕਰਮ ਮਜੀਠੀ ਵਾਲਾ ਕੇਸ ਹੋਇਆ, ਔਰ ਭਾਵੇਂ ਬੇਅਦਬੀ ਵਾਲੇ ਜਿਹੜੇ ਕੇਸ ਦੇ ਵਿੱਚ SIT ਨੇ ਫਰਦਰ ਇਨਵੈਸਟੀਗੇਸ਼ਨ ਮੂਵ ਕੀਤੀ, 111 ਦਿਨਾਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ 111 ਦਿਨਾਂ ਵਿੱਚ ਹੋਈਆਂ, ਇਹ ਚੀਜ਼ਾਂ ਤਾਂ ਪਹਿਲੇ ਮਹੀਨੇ 'ਚ ਹੀ ਹੋ ਜਾਣੀਆਂ ਚਾਹੀਦੀਆਂ ਸੀ, ਜਿਹੜੀਆਂ ਕਿ ਨਹੀਂ ਹੋਈਆਂ। ਔਰ ਜਦੋਂ ਤੱਕ ਚੰਨੀ ਸਾਹਿਬ ਦੀ ਵਾਰੀ ਆਈ, ਪੋਲੀਟੀਕਲ ਐਡਵਾਈਜ਼ਰ ਤੇ ਫਿਰ ਤੁਸੀਂ ਸੀਗੇ ਨਾ ਉਸ ਵੇਲੇ। ਮੈਂ ਫਿਰ ਉਸੇ ਗੱਲ ਤੇ ਆਊਂਗਾ ਕਿ ਮੈਂ ਸ਼ੁਰੂ 'ਚ ਕੀ ਆਖਿਆ ਸੀ ਕਿ 17 ਪਹਿਲੇ ਮਹੀਨੇ 'ਚ ਤਾਂ ਠੀਕ ਸੀਗਾ ਕਿ ਨਹੀਂ? ਤਾਂ ਮੈਂ 17 ਤੋਂ ਪਹਿਲਾਂ ਆਖਿਆ ਸਾਰੀ ਸੋਚ ਜੋ ਤੁਸੀਂ ਕਹਿੰਦੇ ਹੋ ਸਹੀ ਸੀ, ਪਰ ਸਰਕਾਰ ਬਣੀ ਤੇ ਫਿਰ ਅਫਸਰ ਜਿਹੜੇ ਸੀਗੇ
ਉਹਨਾਂ ਦੀ ਸੋਚ ਜਿਹੜੀ ਸੀ ਉਹ ਜ਼ਿਆਦਾ ਜਿਹਨੂੰ ਕਹਿ ਲਓ ਕੌਨਫੀਡੈਂਸ ਜਾਂ ਯਕੀਨ ਬਣਦਾ ਸੀ ਮੁੱਖ ਮੰਤਰੀ ਸਾਹਿਬ ਦਾ। ਸੋ ਯਕੀਨਨ ਉਹਨਾਂ ਦੇ ਜ਼ਰੀਏ ਇਹ ਜਿਹੜੀ ਸੋਚ ਸੀਗੀ, ਜਦੋਂ ਤੁਸੀਂ ਸਿਸਟਮ ਦੇ ਵਿੱਚ ਪਹਿਲਾਂ ਇੱਕ ਸਿਸਟਮ ਦਾ ਇੱਕ ਮੇਨ ਹਿੱਸਾ ਨੇ, ਫਿਰ ਇੱਕ ਸਿਸਟਮ ਦਾ ਹਿੱਸਾ ਬਣ ਜਾਂਦੇ ਹੋ, ਰਮਾਂਸ਼ੂ ਜੀ ਬਹੁਤ ਫਰਕ ਪੈ ਜਾਂਦਾ। ਫਿਰ ਆਖਰ ਤੁਹਾਨੂੰ ਬਿਠਾ ਕੇ ਉੱਥੇ ਲੈ ਜੇ, ਉੱਥੋਂ ਬਿਠਾ ਕੇ ਤੁਹਾਨੂੰ ਕਾਰ ਵਾਲਾ ਡਰਾਈਵਰ ਬਣਾ ਲੇ ਤੇ ਤੁਹਾਡੇ 'ਚ ਦੇਖ ਲਓ ਕਿੰਨਾ ਫਰਕ ਪੈ ਜੂ। ਪਰ ਹੈ ਤੁਸੀਂ ਦੈਨਿਕ ਸਕੇਰਾ ਦੀ ਟੀਮ ਹੀ, ਉਹ ਵੀ ਵਿਚਾਰਾ ਜਿਹੜਾ ਗੱਡੀ 'ਚ ਹੀ ਸੀ ਹੋਣਾ ਸੀਗਾ ਕਿ ਤੁਸੀਂ ਮਿਸ ਤਾਂ ਨਹੀਂ ਕਰਦੇ ਇਸ ਖਤਰੇ 'ਚ ਜਿੱਦਾਂ ਤੁਹਾਡੀ ਪਾਵਰ ਸੀਗੀ, ਪਰ ਤੁਸੀਂ ਤਾਂ ਇਹ ਖੁਲਾਸਾ ਕਰ ਰਹੇ ਹੋ ਕਿ ਮੈਂ ਤਾਂ ਪਹਿਲੇ ਮਹੀਨੇ ਹੀ ਪਾਵਰਲੈਸ ਮਹਿਸੂਸ ਕਰਦਾ ਪਿਆ ਸੀਗਾ। ਨਹੀਂ, ਇੰਨਾ ਵੀ ਨਹੀਂ, ਇਹ ਵੀ ਝੂਠ ਹੋਊਗਾ। ਨਹੀਂ ਮੈਂ ਗੱਲ ਆਖੀ, ਮੈਂ ਕਿਹਾ ਕਿ ਪਾਵਰ ਜਿਹੜੀ ਸ਼ੇਅਰਿੰਗ ਸੀ ਉਹ ਵੱਧਦੀ ਤੇ ਸਭ ਮੇਰੀ ਘਟ ਗਈ, ਬਿਲਕੁਲ ਵੀ ਨਹੀਂ। ਜਿਸ ਕਿਸਮ ਦਾ ਦਾਖੇ ਹਲਕੇ ਵਾਲੇ ਨੇ ਪਿਆਰ ਦਿੱਤਾ, ਦੇਖੋ ਬੀਬੀਆਂ ਭੈਣਾਂ ਰੋਟੀ ਦਾ ਟਾਈਮ ਹੈ, ਵਿਚਾਰੇ ਖੜੇ ਹੋ ਕੇ ਨਾਅਰੇ ਲਾ ਕੇ ਇੱਥੋਂ ਗਏ ਹੈਗੇ ਆ। ਹੋਰ ਬੰਦਾ ਕੀ ਭਾਲਦਾ ਹੈ? ਆਹੀ ਹੁੰਦਾ ਜ਼ਿੰਦਗੀ ਦੇ ਵਿੱਚ ਵੀ ਤੁਹਾਡਾ ਜਿੱਥੇ ਤੁਸੀਂ ਆਪਦਾ ਦਿਨ ਰਾਤ ਇੱਕ ਕਰ ਰਹੇ ਹੋ, ਕੀ ਤੁਹਾਨੂੰ ਉੱਥੋਂ ਦੇ ਲੋਕ ਹੀ ਉਸੇ ਤਰੀਕੇ ਨਾਲ ਪਿਆਰ ਤੇ ਸਤਿਕਾਰ ਦੇ ਰਹੇ ਹੈਗਾ ਜਿਹੜਾ ਮੈਨੂੰ ਝੋਲੀ ਭਰ ਕੇ ਮਿਲਿਆ। ਕਿੰਨੀ ਲੀਡ ਦੀ ਉਮੀਦ ਆ ਤੁਹਾਨੂੰ? ਇਨਸ਼ਾਅੱਲਾ ਸੱਚੇ ਪਾਤਸ਼ਾਹ ਮਿਹਰ ਕਰੂਗਾ। ਬਿਲਕੁਲ, ਇਹ ਸਨ ਕੈਪਟਨ ਸੰਦੀਪ ਸੰਧੂ, ਕਾਂਗਰਸ ਦੇ ਦਾਖਾ ਤੋਂ ਉਮੀਦਵਾਰ, ਜੋ ਦਾਅਵਾ ਕਰ ਰਹੇ ਨੇ ਕਿ ਇਸ ਵਾਰ ਦਾਖਾ ਦੇ ਲੋਕ ਇਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਜ਼ਰੂਰ ਭੇਜਣਗੇ, ਜੋ 2.5 ਸਾਲ ਦੀ ਇਹਨਾਂ ਦੀ ਇੱਥੇ ਕਾਰਗੁਜ਼ਾਰੀ ਰਹੀ ਔਰ ਜਿਸ ਤਰ੍ਹਾਂ ਹਲਕੇ ਦੇ ਵਿੱਚ ਵਿਚਰਦੇ ਰਹੇ। ਕੈਮਰਾਮੈਨ ਪ੍ਰਭਜੋਤ ਦੇ ਨਾਲ ਰਮਾਂਸ਼ੂ ਕਾਬਾ, ਦੈਨਿਕ ਸਵੇਰਾ ਟੀਵੀ, ਦਾਖਾ।